ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪ ਸਭ ਦਾ ਬਹੁਤ ਸਵਾਗਤ ਹੈ ਵਿਰਸਾ ਚੈਨਲ ਦੀ ਇਸ ਖਾਸ ਪੇਸ਼ਕਸ਼ ਕੋਰ ਸਪੀਕਸ ਦੇ ਵਿੱਚ, ਜਿਸ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣੀ ਮਾਤਾਵਾਂ, ਬੀਬੀਆਂ ਅਤੇ ਭੈਣਾਂ ਨੂੰ ਜਿਨ੍ਹਾਂ ਨੇ ਪੰਥ ਦਾ ਨਾਂ ਅਲੱਗ-ਅਲੱਗ ਪੱਧਰਾਂ 'ਤੇ ਰੋਸ਼ਨ ਕੀਤਾ ਹੈ, ਉਹਨਾਂ ਨੂੰ ਤੁਹਾਡੇ ਰੂਬਰੂ ਕਰਾਈਏ। ਅੱਜ ਦੇ ਸਾਡੇ ਇਸ ਐਪੀਸੋਡ ਵਿੱਚ ਸਾਡੇ ਮਹਿਮਾਨ ਨੇ ਬੀਬੀ ਚਿੰਤਨਜੀਤ ਕੌਰ ਜੀ, ਜੋ ਕਿ ਇੱਕ ਚਾਈਲਡ ਰਾਈਟ ਐਕਟਿਵਿਸਟ ਨੇ। ਆਓ ਉਹਨਾਂ ਦਾ ਸਵਾਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਿੰਤਨਜੀਤ ਕੌਰ ਜੀ, ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਸਾਡੀ ਵਿਰਸਾ ਚੈਨਲ ਦੀ ਇਸ ਖਾਸ ਪੇਸ਼ਕਸ਼ ਕੋਰ ਸਪੀਕਸ ਦੇ ਵਿੱਚ, ਜਿਹਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਸਾਡੀ ਮਾਤਾਵਾਂ ਨੇ, ਭੈਣਾਂ ਨੇ ਤੇ ਬੱਚੀਆਂ ਨੇ, ਜਿਨ੍ਹਾਂ ਨੇ ਵੱਖ-ਵੱਖ ਪੱਧਰਾਂ 'ਤੇ ਜਾ ਕੇ ਸਾਡੇ ਪੰਥ ਦਾ ਨਾਂ ਰੋਸ਼ਨ ਕੀਤਾ ਹੈ, ਉਹਨਾਂ ਨੂੰ ਪੰਥ ਦੇ ਰੂਬਰੂ ਕਰਾ ਸਕੀਏ। ਤੇ ਅੱਜ ਇਸ ਸੈਸ਼ਨ ਵਿੱਚ ਆਪਾਂ ਅੱਗੇ ਵਧੀਏ। ਉਸ ਤੋਂ ਪਹਿਲੇ ਤੁਸੀਂ ਸੰਗਤਾਂ ਨੂੰ ਆਪਣੇ ਬਾਰੇ 'ਚ ਦੱਸੋ ਕਿ ਤੁਹਾਡੇ ਅਕੈਡਮਿਕਸ ਵਿੱਚ ਕੀ ਅਚੀਵਮੈਂਟਸ ਨੇ, ਥੋੜਾ ਆਪਣੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰਸਾ ਚੈਨਲ ਦੇ ਸਾਰੇ ਪਰਿਵਾਰ ਨੂੰ ਮੇਰਾ ਬਹੁਤ-ਬਹੁਤ ਧੰਨਵਾਦ ਹੈ ਕਿ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਤੇ ਕ੍ਰੂਸ਼ੀਅਲ ਡਿਸਕਸ਼ਨ ਲੈ ਕੇ ਆਇਆ ਹੈ ਅਬਾਊਟ ਪੈਰੈਂਟਲ ਇਨਫਲੂਐਂਸ। ਤੇ ਜ਼ਿਆਦਾ ਤੇ ਨਹੀਂ, ਮੈਂ ਥੋੜਾ ਦੱਸਾਂਗੀ ਆਪਣੇ ਬਾਰੇ ਚ। ਆਈ ਐਮ ਐਨ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਬਾਈ ਪ੍ਰੋਫੈਸ਼ਨ, ਐਂਡ ਅਦਰ ਦੈਨ ਦੈਟ ਮੈਂ ਆਪਣੀ ਮਾਸਟਰਸ ਚਾਈਲਡ ਸਾਈਕੋਲੋਜੀ ਵਿੱਚ ਕੀਤੀ ਹੈ। ਆਈ ਐਮ ਸਟਿਲ ਪਰਸੂਇੰਗ ਇਟ। ਔਰ ਮੇਰਾ 10 ਸਾਲ ਦਾ ਐਕਸਪੀਰੀਅੰਸ ਹੈਗਾ ਫॉर द ਚਿਲਡਰਨ ਵਿਦ ਸਪੈਸ਼ਲ ਨੀਡਸ ਐਂਡ ਚਾਈਲਡ ਪ੍ਰੋਟੈਕਸ਼ਨ ਸਰਵਿਸਿਜ਼, ਜਿਹਦੇ ਨਾਲ ਮੈਂ ਕਾਫੀ ਇੰਟਰਨੈਸ਼ਨਲ ਤੇ ਨੈਸ਼ਨਲ NGOs ਲਾਈਕ UNICEF, CRY ਵਿੱਚ ਕੰਮ ਕਰ ਚੁੱਕੀ ਹਾਂ। ਐਂਡ ਨਾਓ ਆਈ ਐਮ ਸਰਵਿੰਗ ਐਜ਼ ਐਨ ਸੁਪਰਿੰਟੈਂਡੈਂਟ ਚਿਲਡਰਨਸ ਹੋਮ ਬੇਸਡ ਇਨ ਸ੍ਰੀਨਗਰ, ਜੋ ਕਿ ਚਿਲਡਰਨ ਇਨ ਨੀਡ ਆਫ ਕੇਅਰ ਐਂਡ ਪ੍ਰੋਟੈਕਸ਼ਨ ਲਈ ਕੰਮ ਕਰਦਾ ਹੈ। ਅਸੀਂ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ ਤੁਸੀਂ ਜੋ ਵੀ ਕੰਮ ਕਰ ਰਹੇ ਹੋ, ਇਹ ਬਹੁਤ ਹੀ ਜ਼ਿਆਦਾ ਇਟਸ ਰੀਅਲੀ ਐਪਰੀਸ਼ੀਏਟਿਵ। ਤੇ ਅੱਜ ਜੋ ਸਾਡਾ ਸੈਸ਼ਨ ਹੈ, ਵੀ ਆਰ ਗੋਣਾ ਟਾਕ ਅਬਾਊਟ ਦਾ ਪੈਰੈਂਟਲ ਇਨਫਲੂਐਂਸ ਜੋ ਬੱਚੇ ਦੇ ਉੱਪਰ ਹੁੰਦਾ ਹੈ। ਬਿਕਾਜ਼ ਜੇ ਅਸੀਂ ਅੱਜ ਦੀ ਗੱਲ ਕਰੀਏ ਨਾ, ਬੀਇੰਗ ਮਾਡਰਨ ਟਾਈਮਸ, ਮਤਲਬ ਸਾਡੀ ਟੈਕਨੋਲੋਜੀ, ਇਹ ਸਭ ਇੰਨਾ ਕੁਛ ਮਾਡਰਨਿਟੀ ਆ ਚੁੱਕੀ ਹੈ ਨਾ ਕਿ ਹਰ ਚੀਜ਼ ਦਾ ਇਨਫਲੂਐਂਸ ਬੱਚਿਆਂ ਉੱਤੇ ਇਟਸ ਬੀਨ ਡਿਫਰੈਂਟ, ਜੇ ਹੈ ਨਾ। every aspect has a different influence on children due to so much technology in our world right now। ਤੇ ਤੁਸੀਂ ਮੈਨੂੰ ਦੱਸੋ ਕਿ ਜੋ ਸਾਡਾ ਮਤਲਬ ਮਾਡਰਨ ਦੁਨੀਆ ਦੀ ਜੇ ਅਸੀਂ ਗੱਲ ਕਰੀਏ, ਮਾਤਾ ਪਿਤਾ ਆਪਣੇ ਬੱਚੇ ਉੱਪਰ ਇਸ ਮਾਡਰਨਿਟੀ ਵਿੱਚ, ਇਨੀ ਟੈਕਨੋਲੋਜੀ ਦੇ ਨਾਲ ਮਾਤਾ ਪਿਤਾ ਆਪਣੇ ਬੱਚੇ ਉੱਪਰ ਕਿੱਦਾਂ ਅਸਰ ਪਾਉਂਦੇ ਨੇ? what kind of influence they actually have over them? जी बिल्कुल। पहले तो मैं एक चीज कोट करांगी, देयर इज नो सच थ्योरी एंड नो सच वर्ड्स जो कि एक माँ-प्यो ਦਾ ਰਿਲੇਸ਼ਨ ਆਪਣੇ ਬੱਚਿਆਂ ਨਾਲ ਡਿਫਾਈਨ ਕਰੇ, ਜਾਂ ਕੋਈ ਵੀ ਐਸਾ ਉਸਤਾਦ ਜਾਂ ਟੀਚਰ ਨਹੀਂ ਹੈਗਾ ਜੋ ਸਿਖਾਏ ਕਿ ਪੈਰੈਂਟਿੰਗ ਕੈਸੀ ਹੈ। ਬਟ ਡੈਫੀਨੇਟਲੀ ਜਦ ਚੇਂਜ ਆਂਦੀ ਹੈ, देयर इज ए फ्रॉम लास्ट जो ਤੁਸੀਂ ਗੱਲ ਕੀਤੀ ਹੈ 10 ਤੋਂ 15 ਸਾਲ ਨੂੰ ਅਗਰ ਦੇਖੀਏ, देयर इज ए कंप्लीट चेंज इन आवर लाइफस्टाइल्स ऑल टुगेदर। जो एक IT बूम आई है, डिजिटल कंटेंट ਦਾ रेवोल्यूशन आया है, it has changed our lives completely and massively। ਤੇ ਉਹਦੇ ਨਾਲ with due ages ਹਮੇਸ਼ਾ ਹੀ ਚੇਂजेस ਆਉਂਦੇ ਨੇ। ਜਦ ਚੇਂਜ ਆਂਦੀ ਹੈ ਲਾਈਫਸਟਾਈਲ ਵਿੱਚ, ਤੁਹਾਡੇ ਪੂਰੀ ਸਰਾਊਂਡਿੰਗਸ ਵਿੱਚ, ਤੇ ਡੈਫੀਨੇਟਲੀ ਉਹਦੇ ਨਾਲ ਕੁਝ ਓਪਰਚੁਨਿਟੀਜ਼ ਵੀ ਆਉਂਦੀਆਂ ਨੇ ਤੇ ਕੁਝ ਚੈਲੰਜਸ ਵੀ ਆਉਂਦੇ ਨੇ। ਸੋ ਇਨ ਕੰਟੈਕਸਟ ਆਫ ਪੈਰੈਂਟਿੰਗ, डेफिनेटली आजकल जो पूरा संदर्भ है मॉडर्न टाइम्स का, सारी लाइफ काफी स्ट्रेसफुल हो चुकी है, वेदर इट्स आर वर्क प्लेस, वेदर फैमिली है, वेदर बाकी सारे इश्यूज हैगे ने, काफी स्ट्रेस्ड हाँ। ते वो समझ नहीं आता कि इन्ना स्ट्रेस क्यों है, साडे उधर अंदर कंटेंटमेंट क्यों नहीं है, एक पूरा जो वाइब्रेशन ही है इन्नी ज्यादा रेस्टलेस क्यों है। ਤੇ ਡੈਫੀਨੇਟਲੀ ਅਕਸਰ ਜੋ ਬੱਚੇ ਬਹੁਤ ਹੀ ਵਲਨਰੇਬਲ ਸੈਕਸ਼ਨ ਹੈਗੇ ਨੇ ਸਾਡੀ ਸੋਸਾਇਟੀ ਦਾ, ਤੇ ਬੱਚਿਆਂ ਤੇ ਇਸ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਹੁੰਦਾ ਹੈ। ਜੇਕਰ ਅਸੀਂ ਪੈਰੈਂਟਿੰਗ ਦੀ ਗੱਲ ਕਰੀਏ, ਵਿਦ ਡਿਊ ਰਿਸਪੈਕਟ ਟੂ ਆਲ ਪੇਰੈਂਟਸ, ਪੈਰੈਂਟਿੰਗ ਅਸੀਂ ਮੋਸਟਲੀ ਇਨ ਮਾਡਰਨ ਟਾਈਮਸ ਇੱਕ ਤਿੰਨ ਇਸ ਵਿੱਚ ਕੈਟੇਗਰਾਈਜ਼ ਕਰ ਸਕਦੇ ਹਾਂ, ਜੋ ਕਿ ਅਸੀਂ ਮੇਨ ਸਾਈਕੋਲੋਜੀਕਲੀ ਮੇਨ ਦੇਖਦੇ ਹਾਂ ਕਿ ਤਿੰਨ ਲੈਂਜ਼ਾਂ ਵਿੱਚ ਦੇਖ ਸਕਦੇ ਹਾਂ।
ਨੰਬਰ 1 ਇਜ਼ ਅਥੋਰਿਟੇਟਿਵ ਪੇਰੈਂਟਿੰਗ। ਫॉर एग्जांपल ਇਹ ਮੋਸਟਲੀ 50 ਟੂ 60 ਪੇਰੈਂਟਸ ਫੋਲੋ ਕਰਦੇ ਨੇ, ਪਰਸੈਂਟ ਆਫ ਪੇਰੈਂਟਸ ਫੋਲੋ ਕਰਦੇ ਨੇ, ਜਿਹਦੇ ਵਿੱਚ ਸਾਡੇ ਕੋਲ ਫਰੀडम ਬਹੁਤ ਹੀ ਘੱਟ ਹੁੰਦੀ ਹੈ। ਪੇਰੈਂਟਸ ਬਹੁਤ ਹੀ ਸਟ੍ਰਿਕਟਨੈਸ ਨਾਲ ਰਹਿੰਦੇ ਨੇ ਐਂਡ ਇਹਨਾਂ ਦੇ ਬੱਚੇ ਬਹੁਤ ਹੀ ਓਬੀਡੀਐਂਟ ਵੀ ਹੁੰਦੇ ਨੇ ਔਰ ਪੂਰਾ ਪੇਰੈਂਟਸ ਦੀ ਗੱਲ ਮੰਨਣਗੇ ਵੀ। ਲੇਕਿਨ ਜਿੱਥੇ ਅਸੀਂ ਦੇਖੀਏ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ, ਅਗਰ ਇਹ ਚੀਜ਼ ਪੁਆਇੰਟਸ ਪੇਰੈਂਟਸ ਦੀ ਤਰਫੋਂ ਹੈ ਤੇ ਇੱਕ ਡਰਾਬੈਕ ਵੀ ਹੋਏਗਾ ਕਿ ਇਹੋ ਜਿਹਾ ਬੱਚਾ ਇਫ ਨੋ ਡਾਊਟ ਅਕੈਡਮਿਕਸ ਵਿੱਚ ਵੀ ਬਹੁਤ ਅੱਛਾ ਹੋਏਗਾ, ਤੁਹਾਡੀ ਗੱਲ ਵੀ ਮੰਨੇਗਾ, ਲੇਕਿਨ ਕਿਤੇ ਨਾ ਕਦੇ ਜਦ ਇਸ ਨੂੰ ਆਪਣੀ ਡਿਸੀਜਨ ਮੇਕਿੰਗ ਦੀ ਗੱਲ ਆਉਂਦੀ ਹੈ ਤੇ ਥੋੜਾ ਉਹ ਸ਼ਾਇਦ ਕਨਫਿਊਜ਼ਿੰਗ ਹੋ ਜਾਏਗਾ। ਦੈਨ ਸੈਕੰਡ ਟਾਈਪ ਦੀ ਅਸੀਂ ਗੱਲ ਕਰੀਏ, ਦੈਟ ਇਜ਼ ਪਰਮਿਸਿਵ ਪੇਰੈਂਟਿੰਗ, ਜੋ ਆਲਮੋਸਟ 15 ਟੂ 20% ਅਸੀਂ ਪੇਰੈਂਟਸ ਵਿੱਚ ਦੇਖਦੇ ਹਾਂ। ਇਸ ਟਾਈਪ ਦੀ ਪੇਰੈਂਟਿੰਗ ਵਿੱਚ ਕੀ ਹੁੰਦਾ ਹੈ ਕਿ ਪੇਰੈਂਟ ਪੂਰੀ ਫਰੀडम ਦਿੰਦਾ ਹੈ ਬੱਚੇ ਨੂੰ ਵਿਦ ਫਿਊ ਰਿਸਟ੍ਰਿਕਸ਼ਨਸ, ਤੇ ਤਾਂ ਕਿ ਬੱਚਾ ਆਪਣੇ ਆਪ ਨੂੰ ਪੂਰਾ ਐਕਸਪਲੋਰ ਕਰ ਪਾਏ। ਠੀਕ ਹੈ, ਤੇ ਇਸ ਫਰੀडम ਦੇ ਨਾਲ ਨਾਲ ਬੱਚੇ ਦੀ ਰਿਸਪੌਂਸਿਬਿਲਿਟੀ ਵੀ ਆ ਜਾਂਦੀ ਹੈ ਕਿ ਅਗਰ ਮੈਨੂੰ ਆਜ਼ਾਦੀ ਮਿਲੀ ਹੈ ਤੇ ਮੈਂ ਇਹਨੂੰ ਪੂਰਾ ਸੰਭਾਲ ਕੇ ਵੀ ਰੱਖਣਾ ਹੈ। ਤੇ ਜੇਕਰ ਇਹਨਾਂ ਬੱਚਿਆਂ ਦੀ ਗੱਲ ਕੀਤੀ ਜਾਏ, ਇਹ ਕਾਫੀ ਕ੍ਰੀਏਟਿਵ ਹੁੰਦੇ ਨੇ, ਐਸੇ ਵਾਲੇ ਬੱਚੇ ਜੋ ਇਸ ਪੇਰੈਂਟਿੰਗ ਮਾਡਲ ਵਿੱਚ ਬੜੇ ਹੁੰਦੇ ਨੇ। ਲੇਕਿਨ ਅਗੇਨ ਜਿੱਥੇ ਪਹਿਲੀ ਗੱਲ ਕੀਤੀ ਸੀ ਕਿ ਡਰਾਬੈਕ, ਐਸੇ ਬੱਚੇ ਦਾ ਕਿਤੇ ਨਾ ਕਿਤੇ ਇੱਕ ਡਰਾਬੈਕ ਹੋ ਸਕਦਾ ਹੈ ਕਿ ਸ਼ਾਇਦ ਉਹ ਕਿਤੇ ਨਾ ਕਿਤੇ ਡਿਸਪਲਿਨ ਨੂੰ ਲੈਕ ਕਰੇ, ਕਿਉਂਕਿ ਉਹਦੇ ਉੱਪਰ ਰਿਸਟ੍ਰਿਕਸ਼ਨਸ ਨਹੀਂ ਹੈਗੀ ਨੇ ਉਨੀ ਸਾਰੀ। ਐਂਡ ਥਰਡ ਇਜ਼ ਵੈਰੀ ਲੈਸ ਸੀਨ, ਦੈਟ ਇਜ਼ ਅਨਇਨਵੋਲਵਡ ਪੇਰੈਂਟਿੰਗ, ਜੋ ਕਿ ਪਹਿਲੇ ਸੰਦਰਭ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ, ਕਿਉਂਕਿ ਡਿਊ ਟੂ ਇੱਕ ਲੋ ਇਕਨੋਮਿਕ ਬੈਕਗਰਾਉਂਡ ਪੇਰੈਂਟਸ ਮੋਸਟਲੀ ਇਨਵੋਲਵ ਹੁੰਦੇ ਸੀ ਆਪਣੇ ਜੌਬਸ ਦੀ ਔਰ, ਹਾਊ ਟੂ ਅਰਨ ਬ੍ਰੈਡ ਐਂਡ ਬਟਰ। ਬਹੁਤ ਵੱਡੀ ਵੱਡੀ ਫੈਮਲੀਜ਼ ਹੁੰਦੀ ਸੀ, ਇੱਕ ਹੁੰਦਾ ਸੀ ਬੰਦਾ ਜੋ ਆਪਣੀ ਪੂਰੀ ਫੈਮਿਲੀ ਨੂੰ ਸਪੋਰਟ ਕਰਦਾ ਸੀ। ਤੇ ਅੱਜ ਦੇ ਇਸ ਵਿੱਚ ਵੀ ਕੁਝ ਪੇਰੈਂਟਸ ਐਸੇ ਹਨ, ਇਟਸ ਵੈਰੀ ਲੈਸ, 10% ਤੋਂ ਵੀ ਘੱਟ, ਜਿਹੜੇ ਬਹੁਤ ਹੀ ਅਨਇਨਵੋਲਵਡ ਰਹਿੰਦੇ ਨੇ ਬੱਚਿਆਂ ਨਾਲ। ਤੇ ਐਸੇ ਪੇਰੈਂਟਿੰਗ ਦੇ ਮਾਡਲ ਵਿੱਚ ਜੋ ਬੱਚੇ ਬੜੇ ਹੁੰਦੇ ਨੇ, ਦੇ ਆਰ ਵੈਰੀ ਸੈਲਫ ਡਿਪੈਂਡੈਂਟ, ਸੈਲਫ ਰਿਲਾਇੰਟ। ਲੇਕਿਨ ਅਗੇਨ ਇੱਥੇ ਵੀ ਇੱਕ ਡਰਾਬੈਕ ਆ ਜਾਂਦਾ ਹੈ, ਐਸਾ ਬੱਚਾ ਮੇ ਬੀ ਕਿਤੇ ਅੱਗੇ ਜਾ ਕੇ ਇਮੋਸ਼ਨਲੀ ਜਾਂ ਫਿਰ ਬਿਹੇਵੀਅਰ ਇਸ਼ੂਜ਼ ਉਹਦੇ ਨਾਲ ਹੋ ਸਕਦੇ ਨੇ ਬਿਕੋਜ਼ ਆਫ ਦਿਸ ਨਿਗਲੈਕਟ, ਜੋ ਉਸਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਮਿਲ ਰਿਹਾ ਹੈ। ਤੇ ਅਸੀਂ ਬ੍ਰੌਡਲੀ 3 ਸਪੈਕਟਰਮ ਦੇਖੇ ਨੇ ਪੇਰੈਂਟਿੰਗ ਦੇ, ਜਿਹਦੇ ਵਿੱਚ ਜੋ ਅਸੀਂ ਫੋਲੋ ਕਰ ਸਕਦੇ ਹਾਂ, ਦੈਟ ਹੈਜ਼ ਟੂ ਬੀ ਵੈਰੀ ਬੈਲੈਂਸਡ, ਜਿੱਥੇ ਅਸੀਂ ਬੱਚੇ ਨੂੰ ਇੱਕ ਫਰੀडम ਵੀ ਦੇਈਏ, ਨਾਲ ਨਾਲ ਬੱਚੇ ਨੂੰ ਸਮਝਾਉਣ ਦੇ ਨਾਲ ਨਾਲ ਸਾਨੂੰ ਆਪੂ ਵੀ ਸਮਝਣਾ ਪਏਗਾ ਕਿ ਟੋਟਲੀ ਪੇਰੈਂਟਿੰਗ ਦਾ context ਚੇਂਜ ਹੋ ਚੁੱਕਿਆ ਹੈ ਐਂਡ देयर आर ਸੋ ਮੈਨੀ ਥਿੰਗਸ ਜੋ ਬੱਚੇ ਦੇ ਲੈਵਲ ਤੇ ਜਾ ਕੇ ਸਮਝਣੀ ਪੈਣਗੇ ਕਿ ਬੱਚਾ ਕੀ ਫੀਲ ਕਰ ਰਿਹਾ। ਸੋ ਉਹਦੇ ਨਾਲ ਅਸੀਂ ਬਹੁਤ ਹੀ ਅੱਛੀ ਤਰ੍ਹਾਂ ਇੱਕ ਬੈਲੈਂਸਿੰਗ ਪੇਰੈਂਟਿੰਗ ਦੇ ਸਕਦੇ ਹਾਂ, ਜਿਹਦੇ ਵਿੱਚ ਇੱਕ ਬੱਚੇ ਨੂੰ ਪੂਰਾ ਮਾਹੌਲ ਮਿਲੇ ਅੱਛੀ ਤਰ੍ਹਾਂ ਗਰੋ ਕਰਨ ਦਾ ਔਰ ਆਪਣੇ ਚਾਈਲਡਹੁੱਡ ਨੂੰ, ਬਚਪਨ ਨੂੰ ਪੂਰਾ ਇੰਜੋਏ ਕਰ ਸਕੇ। ਜੀ ਤੁਸੀਂ ਬਹੁਤ ਸੋਹਣੀ ਤਰ੍ਹਾਂ ਸਾਡੀ ਦਰਸ਼ਕਾਂ ਨੂੰ ਇਹ ਚੀਜ਼ ਸਮਝਾਈ ਕਿ ਕਿੱਦਾਂ 3 ਸਪੈਕਟਰਮਸ ਨੇ ਪੈਰੈਂਟਿੰਗ ਦੇ। ਵੀ ਆਰ ਰੀਅਲੀ ਗਲੈਡ। ਤੇ ਦੂਜੀ ਗੱਲ ਜਦੋਂ ਤੁਸੀਂ ਕਿਹਾ ਨਾ ਕਿ ਕੰਟੈਂਟਮੈਂਟ ਦੀ ਗੱਲ ਹੁੰਦੀ ਹੈ, ਇਫ ਵੀ ਸੀ ਟੂਡੇਜ਼ ਵਰਲਡ ਨਾ, ਆਪਾਂ ਕੰਟੈਂਟ ਹੁੰਦੇ ਹੀ ਨਹੀਂ ਕਿਸੇ ਚੀਜ਼ ਤੇ, ਹੈ ਨਾ। ਮਤਲਬ ਜੇ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਨਾ, ਦੈਨ ਵੀ ਡਿਜ਼ਾਇਰ ਫॉर ਮੋਰ। ਤੇ ਉਸ ਚੀਜ਼ ਨੂੰ ਉਹ ਦੈਟਸ ਦ ਥਿੰਗ, ਉਸ ਚੀਜ਼ ਦੇ ਕਰਕੇ ਬਹੁਤ ਇਸ਼ੂਜ਼ ਆ ਜਾਂਦੇ ਨੇ ਪੈਰੈਂਟਸ ਤੇ ਚਾਈਲਡ ਦੇ ਵਿੱਚ। ਜਿੱਦਾਂ ਆਪਾਂ ਜਨਰੇਸ਼ਨਲ ਗੈਪ ਦੀ ਵੀ ਗੱਲ ਕਰਦੇ ਹਾਂ ਤੇ ਬਹੁਤ ਹੈ ਨਾ, ਉਹ ਇਟ ਗੈਟਸ ਬਿਗਰ ਮੇ ਬੀ ਉਹਨਾਂ ਡਿਜ਼ਾਇਰਸ ਦੇ ਕਰਕੇ, ਜਾਂ ਉਹ ਜੋ ਕੰਟੈਂਟਮੈਂਟ ਨਹੀਂ ਮਿਲ ਰਹੀ ਹੈ, ਮੇ ਬੀ ਪੈਰੈਂਟਸ ਨੂੰ ਨਹੀਂ ਮਿਲ ਰਹੀ, ਜਾਂ ਮੇ ਬੀ ਚਾਈਲਡ ਇਜ਼ ਨਾਟ ਗੈਟਿੰਗ दैट। ਤੇ ਉਸ ਚੀਜ਼ ਨੂੰ ਕਵਰ ਅਪ ਕਰਨ ਲਈ ਵਟ ਇਜ਼ ਦ, ਮਤਲਬ ਕੀ ਕਰ ਸਕਦਾ ਹੈ, ਜਾਂ ਪੈਰੈਂਟ ਕੀ ਕਰ ਸਕਦਾ ਹੈ, ਜਾਂ ਬੱਚੇ ਦੀ ਤਰਫੋਂ ਕੀ ਚੀਜ਼ ਹੋਣੀ ਚਾਹੀਦੀ ਹੈ, what should he do or she do, ਔਰ ਪੈਰੈਂਟਸ ਦਾ ਕੀ ਰੋਲ ਹੋਣਾ ਚਾਹੀਦਾ ਉਸ ਚੀਜ਼ ਨੂੰ ਥੋੜਾ ਕੰਟਰੋਲ ਕਰਨ ਲਈ, ਤਾਂ ਕਿ ਉਹ ਜਿਹੜਾ ਗੈਪ ਹੈ ਉਹਨਾਂ ਦੋਨਾਂ ਦੇ ਵਿੱਚ, ਉਹ ਥੋੜਾ ਘੱਟ ਹੋਵੇ। ਜੀ, ਬਿਲਕੁਲ। ਜਦ ਅਸੀਂ ਕੰਟੈਂਟਮੈਂਟ ਦੀ ਗੱਲ ਕਰਦੇ ਹਾਂ ਤੇ ਅਸੀਂ ਆਈ ਥਿੰਕ ਆਲ ਆਫ ਅਸ ਕਲੈਕਟਿਵਲੀ ਐਜ਼ ਅ ਸੋਸਾਇਟੀ, ਐਜ਼ ਐਨ ਇੰਡੀਵਿਜੂਅਲ, ਅਸੀਂ ਸਾਰੇ ਹੀ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਬੀ ਕੰਟੈਂਟਡ ਵਿਦ ਵਾਟ ਵੀ ਹੈਵ। ਆਲਦੋ ਅਸੀਂ ਪੂਰਾ
ਅਸੀਂ ਅੱਗੇ ਚੱਲਣ ਦਾ ਸੁਪਨਾ ਵੀ ਦੇਖਣਾ ਚਾਹੀਦਾ ਹੈ ਔਰ ਉਹਦੇ ਲਈ ਪੂਰੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਬਟ ਜੋ ਵੀ ਸਾਡੇ ਕੋਲ ਹੈ, ਉਹਦੇ ਵਿੱਚ ਅਸੀਂ ਬੈਸਟ ਵਰਜ਼ਨ ਕਿਵੇਂ ਬਣੀਏ, ਉਹ ਤੇ ਸਾਡਾ ਫੋਕਸ ਹੋਣਾ ਚਾਹੀਦਾ। ਨਾਓ ਇਹ ਜਿਹੜੀ ਤੁਸੀਂ ਬਹੁਤ ਹੀ ਇੰਪੋਰਟੈਂਟ ਗੱਲ ਕੀਤੀ ਹੈ, ਲੈਟਸ ਗੋ ਟੂ ਦ ਰੂਟ ਕਾਜ਼। ਇਹ ਜਿਹੜੀ ਆਲਦੋ ਤੁਹਾਡੇ ਸਵਾਲ ਵਿੱਚ ਹੀ ਜਵਾਬ ਸੀ, ਲਾਈਕ ਇਹ ਜਿਹੜਾ ਸਪੇਸ ਆ ਰਹੀ ਹੈ ਬੱਚੇ ਤੇ ਪੇਰੈਂਟ ਦੇ ਵਿੱਚ, ਇਹਦਾ ਰੂਟ ਕਾਜ਼ ਕੀ ਹੈ ਔਰ ਇਹ ਕਿੱਥੋਂ ਸ਼ੁਰੂ ਹੁੰਦੀ ਹੈ? देखो, एक बच्चे दी चाइल्ड साइकोलॉजी बहुत ही नॉर्मल है व्हेन ही इज इन्फेंट, या 4 या 5 साल 6 साल ਦਾ ਬੱਚਾ ਜਦ ਆਂਦਾ ਹੈ ਪੇਰੈਂਟਸ ਕੋਲ, ਔਰ ਕੋਈ ਵੀ ਗੱਲ ਹੋ ਨਾ ਦੱਸ ਦਿੰਦਾ ਹੈ, ਅੱਜ ਮੇਰੇ ਫਰੈਂਡ ਨੇ ਟਿਫਨ ਵਿੱਚ ਇਹ ਲਿਆਇਆ ਸੀ, ਅੱਜ ਮੇਰੇ ਨਾਲ ਇਹ ਗੱਲ ਵਰਤੀ ਹੈ, ਅੱਜ ਮੇਰੇ ਨਾਲ ਇਹ ਹੋਇਆ ਉਹ ਹੋਇਆ, ਤੇ ਇਨ ਰਿਟਰਨ ਪੇਰੈਂਟ ਸਮਾਈਲ ਕਰਦਾ ਹੈ। दैट स्माइल इज ए अश्योरेंस फॉर चाइल्ड कि मैं तेरी गल सुनी है एंड ओके दिस इज वेरी नाइस, वो बहुत ही खुश हो जाता है। नाउ व्हाट हैपेंस कि अगर ऐसा बच्चा कोई भी फॉर एग्जांपल कोई क्लास बंक कीती है ते कर के वो अपनी पेरेंट्स नु, मदर नु, फादर नु, जिस नाल ही वो ज्यादा अटैच है, ये गल कर सकता है, वो चीज शेयर कर रहा, उत्थे ही साड़ा रिएक्शन चेंज हो जाता है। दैट इफेक्ट्स अ चाइल्ड। ऑल्दो मैं ये नहीं कहांगी सानू बच्चे नु एडवाइस भी करना है कि व्हाट इज राइट एंड व्हाट इज रॉन्ग, लेकिन वो जिहड़ी स्पेस दी तुसी गल कीती है ना पेरेंट ते बच्चे दे विच, पहले जिहड़ा पेरेंट वास्ते वो एक्सेप्टेंस थी, जद छोटा बच्चा कुछ भी दसदा है पेरेंट स्माइल और एक्सेप्ट करदा है। ਅੱਜ ਉਹ ਅਨਐਕਸੈਪਟੈਂਸ ਬਣ ਜਾਂਦੀ ਹੈ ਜਾਂ ਫਿਰ ਰੈਜ਼ਿਸਟੈਂਸ ਬਣ ਜਾਂਦੀ ਹੈ। ਤੁਸੀਂ ਕਲਾਸ ਬੰਕ ਕੀਤੀ, ਕਿਉਂ ਕੀਤੀ? ਐਸਾ ਨਹੀਂ ਹੋਣਾ ਚਾਹੀਦਾ ਹੈ। दैट मीन्स ਤੁਹਾਡੀ ਸ਼ਾਇਦ ਦੋਸਤੀ ਅੱਛੀ ਹੀ ਨਹੀਂ ਹੈ। ਸੋ ਨੈਕਸਟ ਟਾਈਮ ਜਦ ਬੱਚਾ ਕੁਝ ਹੋਰ ਹੀ ਕਰੇਗਾ, ਹੀ ਵਿਲ ਟਰਾਈ ਟੂ ਹਾਈਡ दैट, ਉਹ ਸ਼ਾਇਦ ਸ਼ੇਅਰ ਨਹੀਂ ਕਰੇਗਾ। ਸੋ ਥੋੜਾ ਜਿਹਾ ਇੱਥੇ ਟ੍ਰਿਕੀ ਹੋਣ ਦੀ ਲੋੜ ਹੈ ਕਿ ਪਹਿਲੇ ਅਗਰ ਬੱਚੇ ਨੂੰ ਐਕਨੋਲੇਜ ਕਰੋ ਕਿ ਅਗਰ ਐਸਾ ਉਹ ਕੁਝ ਕਰਕੇ ਆਇਆ ਹੈ, ਯੂ ਸ਼ੁਡ ਬੀ ਦ ਫਰਸਟ ਵਨ ਪੇਰੈਂਟ ਕੋਲ ਆਏ ਕਿ ਐਸੀ ਗੱਲ ਵਾਪਰੀ ਹੈ ਮੇਰੇ ਨਾਲ। ਦੈਨ ਪਿਆਰ ਦੇ ਨਾਲ ਤੁਸੀਂ ਉਸਨੂੰ ਐਡਵਾਈਸ ਕਰ ਸਕਦੇ ਹੋ ਅਬਾਊਟ ਰਾਈਟਸ ਐਂਡ ਰੋਂਗਸ। ऑल्दो चाइल्ड साइकोलॉजी ਦਾ ਬਹੁਤ ਇੱਕ ਇੰਪੋਰਟੈਂਟ ਕੰਪੋਨੈਂਟ ਹੈ। ਦੇਖੋ ਜਦ ਕੋਈ ਵੀ, ਅਗਰ ਮੈਂ ਵੀ ਆਪਣੇ ਬਚਪਨ ਵਿੱਚ ਜਾਵਾਂ ਤੇ ਬੱਚੇ ਨੂੰ ਕਦੇ ਨਾ ਸੁਣਨਾ ਪਸੰਦ ਨਹੀਂ ਹੁੰਦਾ, ਸਪੈਸ਼ਲੀ ਗਰੋਇੰਗ ਇਅਰਸ ਵਿੱਚ। ਵੀ ਹੇਟ, ਮਤਲਬ ਹਰ ਕੋਈ ਬਸ ਸੁਣਾ ਹੀ ਜਾ ਰਿਹਾ, ਇਸ ਤਰ੍ਹਾਂ ਕਰ ਲਓ, ਉਸ ਤਰ੍ਹਾਂ ਕਰ ਲਓ, ਉਸ ਤਰ੍ਹਾਂ ਕਰ ਲਓ। ਲੇਕਿਨ ਬੱਚੇ ਦੀ ਇੱਕ ਬਹੁਤ ਖਾਸੀਅਤ ਹੈ, ਬੱਚਾ ਕੌਨਸ਼ੀਅਸਲੀ ਜਾਂ ਸਬਕੌਨਸ਼ੀਅਸਲੀ ਇਮੀਟੇਟ ਕਰਦਾ ਹੈ। ਸੋ ਜੋ ਤੁਸੀਂ ਕਰ ਰਹੇ ਹੋ, पेरेंट्स, टीचर्स, सिबलिंग्स, एक्सटेंडेड फैमिलीज, बच्चा वो जरूर इमिटेट करेगा। बच्चा कॉन्सिक्वेंस है जो अस दे इर्द गिर्द हो रहा है, जो सारी सराउंडिंग्स हैं, उसदा बच्चे विच पूरा रिफ्लेक्शन आएगा उसदे बिहेवियर विच। सो पेरेंट्स दी तरफों या केयर गिवर्स दी तरफों ये कोशिश रहनी चाहिए है कि बच्चे नू बहुत प्यार नाल, अगर बच्चा कुछ दस रहा ओनू एप्रीशिएट करो। कोई भी अगर गलत चीज भी वापरी है ओदे नाल, यू मस्ट एक्नॉलेज कि बच्चा तुहाडे कोल आया है, सब तो पहले तुहाडे कोल आया है, ਤੇ ਫਿਰ ਉਹ ਤੋਂ ਬਾਅਦ ਤੁਸੀਂ ਪਿਆਰ ਨਾਲ ਹੀ ਉਸਨੂੰ ਦੱਸ ਸਕਦੇ ਹੋ ਕਿ ਇਸ ਚੀਜ਼ ਦੀ ਐਡਵਾਈਸ ਦੇ ਸਕਦੇ ਹੋ ਕਿ ਵਾਟ ਆਰ ਦ ਡੂਏਬਲਸ ਐਂਡ ਡੂਜ਼ ਐਂਡ ਡੋਂਟਸ, ਕਿਸ ਚੀਜ਼ ਨਾਲ ਕੀ ਅਸਰ ਹੋਏਗਾ। ਐਂਡ ਡੈਫੀਨੇਟਲੀ ਐਜ਼ ਅ ਪ੍ਰੈਕਟੀਸ਼ਨਰ ਆਈ ਟੈਲ ਯੂ, ਚਿਲड्रन ਆਰ ਦ ਐਕਸਪਰਟਸ ਆਫ देयर ओन ਲਾਈਫ। ਅਗਰ ਬੱਚੇ ਨੂੰ ਸਮਝਾਓਗੇ, ਬੱਚਾ ਬਹੁਤ ਅੱਛੀ ਤਰ੍ਹਾਂ ਸਮਝਦਾ ਹੈ ਇਸ ਗੱਲ ਨੂੰ। ਹਾਂਜੀ ਬਿਲਕੁਲ। ਤੇ ਅਗਲਾ ਮੇਰਾ ਜੋ ਸਵਾਲ ਹੈ ਉਹ ਇਹ ਹੈ ਕਿ ਪੈਰੈਂਟਲ ਇਨਫਲੂਐਂਸ ਦੇ ਬਾਵਜੂਦ, ਮਤਲਬ ਕਿਤੇ ਨਾ ਕਿਤੇ ਪੈਰੈਂਟ ਇਨਫਲੂਐਂਸ਼ੀਅਲ ਤੇ ਹੈ ਆਪਣੇ ਬੱਚੇ ਦੇ ਉੱਪਰ, ਤੇ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਨਾ ਉਹ ਜਿਹੜਾ ਬੱਚੇ ਦਾ ਆਤਮ ਵਿਸ਼ਵਾਸ ਹੁੰਦਾ ਹੈ ਜਾਂ ਉਹਦਾ ਜਿਹੜਾ ਫੇਥ ਹੁੰਦਾ ਹੈ ਨਾ ਆਪਣੇ ਉੱਪਰ, ਉਹਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਘਾਟਾ ਰਹਿ ਜਾਂਦਾ ਹੈ। ਤੇ ਉਹਨੂੰ ਖਤਮ ਕਰਨ ਲਈ ਕੀ ਕਰ ਸਕਦਾ ਇੱਕ ਪੈਰੈਂਟ? जी, पेरेंट डेफिनेटली हर पेरेंट दी इहियो कोशिश होंदी है और हर पेरेंट इज़ आई मीन गॉड टू चाइल्ड कि मैं बहुत ही अच्छा ਆਪਣੇ ਬੱਚੇ ਨੂੰ ਬਹੁਤ ਅੱਛੀ ਪਰਵਰਿਸ਼ ਦਿਆਂ, ਠੀਕ ਹੈ? ਤੇ ਇਹਦੇ ਵਿੱਚ ਕੋਈ ਵੀ ਸ਼ੱਕ ਤੇ ਕੋਈ ਵੀ ਉਹ ਨਹੀਂ ਹੈ। ਲੇਕਿਨ ਜਦ ਅਸੀਂ ਗੱਲ ਕਰਦੇ ਹਾਂ ਬੱਚੇ ਦਾ ਕੌਨਫੀਡੈਂਟ ਇੱਕ ਬੈਲੈਂਸਡ ਬੱਚਾ ਕਿੱਦੋਂ ਬਣਦਾ ਹੈ, ਕਿਸ ਦਾ ਰਿਜ਼ਲਟ ਹੈ, ਐਸੇ ਕੌਣ ਸੇ ਇੰਗਰੀਡੀਐਂਟਸ ਹਨ ਜਿਹਦੇ ਨਾਲ ਇੱਕ ਕੌਨਫੀਡੈਂਸ ਆਏਗਾ ਬੱਚੇ ਨੂੰ, ਇੱਕ ਬਹੁਤ ਹੀ बैलेंस्ड इंडिविजुअल विद अ गुड माइंडसेट ह्यूमन बीइंग बनेगा। सो बचपन जो है, बचपन हैज चाइल्डहुड हैज एन अ लार्ज इम्पैक्ट थ्रू आउट
ਲਾਈਫ। ਅਜੇ ਵੀ ਜੇਕਰ ਮੈਂ ਆਪਣੀ ਗੱਲ ਕਰਾਂ ਵਾਟਐਵਰ ਹੈਜ਼ ਹੈਪਨਡ ਟੂ ਮੀ ਇਨ ਮਾਈ ਸਕੂਲ ਲਾਈਫ ਜਾਂ ਫਿਰ ਮੇਰੇ ਬਚਪਨ ਵਿੱਚ, ਉਹਦਾ ਪੂਰਾ ਪ੍ਰਭਾਵ ਮੇਰੀ ਪੂਰੀ ਜ਼ਿੰਦਗੀ ਤੇ ਹੈਗਾ। ਇਟਸ ਵਿਦ ਐਵਰੀਵਨ, ਹਰ ਇੰਡੀਵਿਜੂਅਲ ਨਾਲ ਹੈ। ਪੇਰੈਂਟਸ ਤਾਂ ਡੈਫੀਨੇਟਲੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚੇ ਨੂੰ ਪੂਰਾ ਪੋਜ਼ਿਟਿਵ ਚੀਜ਼ਾਂ ਆਪਣੇ ਤਰਫੋਂ ਪੂਰੀ ਉਸਦੀ ਫੁਲਫਿਲਮੈਂਟ ਕਰੇ। लेकिन there is a quote like a child needs your presence most than your presence। ਤੇ ਬੱਚੇ ਨਾਲ ਪੇਰੈਂਟਸ, ਐਕਸਟੈਂਡਡ ਫੈਮਿਲੀ, ਸਿਬਲਿੰਗਸ, ਟੀਚਰ, ਇਹ ਸਿਰਫ ਪੇਰੈਂਟਸ ਦਾ ਹੀ ਅਸਰ ਨਹੀਂ ਹੋਣਾ ਬੱਚੇ ਤੇ। ਬੱਚਾ ਪੂਰੀ ਸੁਸਾਇਟੀ ਨੂੰ ਰਿਫਲੈਕਟ ਕਰਦਾ ਹੈ। ਜੋ ਵੀ ਅਸੀਂ ਐਜ਼ ਐਨ ਇੰਡੀਵਿਜੂਅਲ ਕੰਟਰੀਬਿਊਟ ਕਰ ਰਹੇ ਹਾਂ ਸੁਸਾਇਟੀ ਨੂੰ, ਉਹਦਾ ਅਸਰ ਚਾਈਲਡਹੁੱਡ ਤੇ ਜ਼ਰੂਰੀ ਹੈ, ਡਾਇਰੈਕਟਲੀ ਔਰ ਇਨਡਾਇਰੈਕਟਲੀ। ਐਂਡ ਸਪੈਸੀਫਿਕਲੀ ਅਗਰ ਅਸੀਂ ਪੇਰੈਂਟਸ ਦੀ ਗੱਲ ਕਰੀਏ, नो कंपैरिजन्स, ਇਹ ਤੇ ਬਿਲਕੁਲ ਡੋਂਟਸ ਵਿੱਚ ਆਉਂਦਾ ਹੈ ਕਿ ਬੱਚੇ ਨਾਲ ਕਦੇ ਕੰਪੈਰੀਜ਼ਨ ਨਹੀਂ ਕਰੋ। ਕਿ ਕਦੇ ਅਸੀਂ ਅਕਸਰ ਦੂਜੇ ਸਿਬਲਿੰਗ ਨਾਲ ਕੰਪੇਅਰ ਕਰਦੇ ਹਾਂ, ਜਾਂ ਕੋਈ ਹੋਰ ਕਜ਼ਨ ਹੁੰਦਾ ਹੈ ਉਹਦੇ ਨਾਲ ਕੰਪੇਅਰ ਕਰਦੇ ਹਾਂ, ਜਾਂ ਕੋਈ ਨੇਬਰਹੁੱਡ ਵਿੱਚ ਬੱਚਾ ਹੈ ਉਹਦੇ ਨਾਲ। ਸੋ नो कंपैरिजन, एवरी चाइल्ड इज यूनिक इन हिज ओन वे। सेकेंडली क्रिटिसिज्म, बच्चे को क्रिटिकल क्रिटिसिज्म कभी भी नहीं करना, बिकॉज यू डोंट नो अगर कोई भी बच्चे नाल कोई चीज है, डेफिनेटली ਉਹਦਾ ਕੋਈ ਰੂਟ ਕਾਜ਼ ਹੈਗਾ ਜਿਹਦੀ ਵਜ੍ਹਾ ਨਾਲ ਉਹ ਸਫਰ ਕਰ ਰਿਹਾ ਜਾਂ ਕੋਈ ਕੰਡੀਸ਼ਨ ਉਸ ਨਾਲ ਐਸੋਸੀਏਟਡ ਹੈ, ਜਾਂ ਫਿਰ ਕਦੀ ਕਦੀ ਉਹ ਐਸੀ ਚੀਜ਼ਾਂ ਵਿੱਚ ਵੀ ਇਨਵੋਲਵ ਹੋ ਜਾਂਦਾ ਹੈ, ਬਟ ਰੂਟ ਕਾਜ਼ ਇਜ਼ ਆਲਵੇਜ਼ देयर। ਸੋ नो लेबलिंग, नो क्रिटिसिज्म। ਹੁਣ ਜਦ ਅਸੀਂ ਕੌਨਫੀਡੈਂਸ ਦੀ ਗੱਲ ਕਰਦੇ ਹਾਂ, ਅਦਰ ਦੈਨ ਪੇਰੈਂਟਸ, ਦੇਖੋ ਬਹੁਤ ਹੀ ਐਪਰੀਸ਼ੀਏਟਿਵ ਰਹੋ ਬੱਚਿਆਂ ਵੱਲ। ਕੋਈ ਵੀ ਬੱਚੇ ਅਗਰ ਸਵਾਲ ਕਰਦੇ ਨੇ, ਤੇ ਬੱਚਿਆਂ ਨੂੰ ਬਹੁਤ ਹੀ ਕਿਉਰਿਓਸਿਟੀ ਰਹਿੰਦੀ ਹੈ ਹਰ ਚੀਜ਼ ਦੀ, ਹਰ ਗੱਲ ਦੀ। ਆਨਸਰ ਇਟ ਵੈਲ ਇਫ ਯੂ ਨੋ, ਇਫ ਯੂ ਡੋਂਟ ਨੋ ਤੁਸੀਂ ਨਾ ਦੱਸੋ ਉਹਨਾਂ ਨੂੰ। ਬਟ ਬੱਚੇ ਨੂੰ ਅਨਐਡਰੈਸ ਤੇ ਅਨਅਟੈਂਡਡ ਰੱਖਣਾ ਬਹੁਤ ਹੀ ਗਲਤ ਹੈ। ਮੋਸਟਲੀ ਐਪਰੀਸੀਏਸ਼ਨ ਤੇ ਬਹੁਤ ਹੀ ਧਿਆਨ ਦਿਓ। और other than parents, we have a beautiful institution which is the ਗੁਰਦੁਆਰਾ ਸਾਹਿਬ itself, ਜਿੱਥੇ ਜਾ ਕੇ ਅਸੀਂ ਬਹੁਤ ਹੀ ਡਿਸਿਪਲਿਨ, ਔਰ ਕਿਉਂਕਿ ਅਸੀਂ ਬਚਪਨ ਤੋਂ ਹੀ ਕੰਡੀਸ਼ਨਡ ਹਾਂ। ਲਾਈਕ ਜਬ ਗੁਰਦੁਆਰਾ ਸਾਹਿਬ ਅਸੀਂ ਪ੍ਰੈਮਿਸਿਸ ਵਿੱਚ ਐਂਟਰ ਕਰਦੇ ਹਾਂ, ਇੱਕ ਬਹੁਤ ਹੀ ਅਲੱਗ એનર્ਜੀ, ਇੱਕ ਅਲੱਗ ਹੀ ਵਾਈਬ ਹੈ, ਐਂਡ देयर इज अ सेंस ऑफ डिसिप्लिन ਇਨ ਦੈਟ ਕਿ ਅਸੀਂ ਦਰਬਾਰ ਹਾਲ ਵਿੱਚ ਜਾ ਕੇ ਮੱਥਾ ਟੇਕਣਾ, ਅਸੀਂ ਅਰਦਾਸ ਕਰਨੀ ਹੈ, ਅਸੀਂ ਲੰਗਰ ਹਾਲ ਵਿੱਚ ਆਣਾ ਤੇ ਲੰਗਰ ਦੀ ਸੇਵਾ ਕਿਸ ਤਰ੍ਹਾਂ ਕਰਨੀ ਹੈ। ਸੋ ਗੁਰਦੁਆਰਾ ਸਾਹਿਬ ਵਿੱਚ ਹੀ ਇੱਕ ਬਹੁਤ ਬੜਾ ਇੰਸਟੀਟਿਊਸ਼ਨ ਹੈ। ਜੇਕਰ ਅਸੀਂ ਸਿੱਖ ਬੱਚਿਆਂ ਦੀ ਗੱਲ ਕਰੀਏ ਜਾਂ ਆਪਣੇ ਕਮਿਊਨਿਟੀ ਦੀ ਗੱਲ ਕਰੀਏ, where they can imbibe good moral values, and they can actually boost up their confidence। and parents ਦੇ ਨਾਲ ਹੀ teachers and institutions ਦਾ ਵੀ ਬਹੁਤ ਵੱਡਾ ਰੋਲ ਹੈ, like sharpening their moral values as well as their confidence। ਹਾਂਜੀ, ਜੇ ਤੁਸੀਂ ਗੱਲ ਕਰੀਏ ਨਾ, ਤੁਸੀਂ ਇਨਵੋਲਵਮੈਂਟ ਦੀ ਗੱਲ ਕੀਤੀ ਹੈ ਕਿ ਨਾ ਪੈਰੈਂਟਸ ਕੰਪਲੀਟਲੀ ਇਨਵੋਲਵ ਹੋਣੇ ਚਾਹੀਦੇ ਨੇ। ਤੇ ਜੇ ਆਪਾਂ ਦੇਖੀਏ ਕਿ ਜਿਹੜਾ ਅੱਜ ਦਾ ਸਾਡਾ ਲਾਈਫ ਸਟਾਈਲ ਹੈ, ਜਿਹੜਾ ਸਾਡਾ ਮਾਹੌਲ ਹੈ, ਮਤਲਬ ਪੇਰੈਂਟਸ ਆਰ ਰੀਅਲੀ ਬਿਜ਼ੀ ਇਨ ਦ, ਉਹ ਕਰ ਉਹ ਵੀ ਬੱਚੇ ਲਈ ਹੀ ਰਹੇ ਨੇ ਤਾਂ ਕਿ ਉਹਦੀ ਲਾਈਫ ਉਹਨੂੰ ਇੱਕ ਦੇ ਕੈਨ ਪ੍ਰੋਵਾਈਡ ਅ ਗੁੱਡ ਲਾਈਫ ਟੂ ਹਿਮ, ਹੈ ਨਾ। ਉਹਦੀ ਲਾਈਫ ਸਟਾਈਲ ਉਹਨੂੰ ਥੋੜਾ ਲਗਜ਼ਰੀਅਸ ਬਣਾ ਸਕੇ ਤੇ ਉਹ ਸਭ ਕਰ ਸਕੇ। ਸੋ ਦੇ ਆਰ ਰੀਅਲੀ ਬਿਜ਼ੀ ਇਨ ਦੈਟ ਥਿੰਗ, ਤੇ ਇਸ ਕਰਕੇ ਉਹ ਇਨਵੋਲਵਮੈਂਟ ਦੇ ਨਹੀਂ ਸਕਦੇ। ਤੇ ਨਾਲ ਹੋਰ ਇੱਕ ਚੀਜ਼ ਦੀ ਗੱਲ ਕਰੀਏ ਕਿ ਇਟਸ ਬੀਨ देयर विद आवर पेरेंट्स फ्रॉम एजेस। मतलब ਹੁਣ ਤੇ ਚਲੋ ਹੁਣ ਜਿਹੜੀ ਸਾਡੀ ਜਨਰੇਸ਼ਨ ਆ ਰਹੀ ਹੈ, ਤੁਸੀਂ ਹੋ ਗਏ, ਆਪਾਂ ਹੋ ਗਏ, ਹੈ ਨਾ, ਤੇ ਕੁਛ ਨਾ ਕੁਛ ਡਿਫਰੈਂਸਸ ਆ ਰਹੇ ਨੇ, ਪਰ ਸੋਚ ਵਿੱਚ ਡਿਫਰੈਂਸ ਹੈ, ਹੋਰ ਵੀ ਚੀਜ਼ਾਂ ਡਿਫਰ ਕਰਦੀਆਂ ਨੇ। ਬਟ ਸਾਡੇ ਪੈਰੈਂਟਸ ਦੀ ਗੱਲ ਕਰੀਏ ਤੇ ਉਹ ਹਲੇ ਵੀ ਉਹ ਮਾਡਰਨਿਟੀ ਆਉਣ ਤੋਂ ਬਾਅਦ ਵੀ ਕੁਝ ਇਹੋ ਜਿਹੇ ਪੁਰਾਣੇ ਵੈਲਿਊਜ਼ ਆਪਾਂ ਬੋਲ ਸਕਦੇ ਹਾਂ ਵਿਚ ਆਰ ਨਾਟ ਨੈਸੈਸਰੀ ਟੂ ਕੀਪ ਦੇਅਰ, ਬਟ ਉਹ ਹੈਗੇ ਨੇ ਉਹਨਾਂ ਵਿੱਚ। ਤੇ ਉਹ ਉਸ ਹਿਸਾਬ ਨਾਲ ਆਪਣੇ ਬੱਚੇ ਨੂੰ ਇਨਫਲੂਐਂਸ ਕਰਦੇ ਨੇ, ਆਪਣੇ ਉਸੇ ਹਿਸਾਬ ਨਾਲ ਆਪਣੇ ਬੱਚੇ ਨੂੰ ਹੈ ਨਾ ਪੂਰਾ ਮੋਲਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਤੇ ਉਸ ਬਾਰੇ ਤੁਹਾਡਾ ਕੀ ਕਹਿਣਾ? जी, डेफिनेटली देखो ये बहुत ही इम्पोर्टेंट क्वेरी है और इस ते बहुत गल करन दी लोड़ है। पेरेंट्स शुड रियलाइज फॉर अ किड कि बच्चे ਨੂੰ ਇੱਕ ਸੈਂਸ ਆਫ ਸੈਲਫ ਹੋਵੇ। ਮੇਰਾ ਬੱਚਾ, ਮੈਨੂੰ ਕੋਈ ਉਮੀਦ ਨਹੀਂ ਰੱਖਣੀ ਹੈ ਕਿ ਮੇਰੇ ਨਾਲੋਂ ਬਣੇ, ਨਾ ਉਹ ਬਣ ਸਕਦਾ ਹੈ। ਲੈਟਸ ਰਿਸਪੈਕਟ ਦਿਸ ਫੈਕਟ ਕਿ ਹਰ ਇੰਡੀਵਿਜੂਅਲ ਡਿਫਰੈਂਟ ਹੈ, ਠੀਕ ਹੈ। ਬੱਚੇ ਨੂੰ ਅਪਬ੍ਰਿੰਗਿੰਗ, ਬੱਚੇ ਨਾਲ ਇਸ ਤਰ੍ਹਾਂ ਅਸੀਂ ਰੈਪੋ ਬਿਲਡ ਕਰੀਏ, ਬੱਚੇ ਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਬੱਚਾ ਆਪ ਇੱਕ ਸੈਂਸ ਆਫ ਸੈਲਫ ਰਿਅਲਾਈਜ਼ ਕਰੇ,
एंड ही शुड डू बेस्ट व्हाटएवर ही वांट्स टू डू, ताकि वो अपना ही बेस्ट वर्जन बने। ਦੇਖੋ ਅੱਜ ਕੱਲ ਦੇ ਅਗਰ ਤੁਸੀਂ ਗੱਲ ਕੀਤੀ ਹੈ ਜੋ ਯੰਗਰ ਜਨਰੇਸ਼ਨ ਆ, ਇਨਕਲੂਡਿੰਗ ਯੂ ਆਲਸੋ, ਅਸੀਂ ਤੇ ਹੁਣ ਬੈਕ ਜਨਰੇਸ਼ਨ ਦੀ ਵਿੱਚ ਆ ਗਏ ਆ। ਸੋ ਦੇ ਹੈਵ ਅ ਰੀਲੀ ਗੁੱਡ ਅਕੈਡਮਿਕਸ ਰਿਕਾਰਡ ਐਂਡ ਇਟਸ ਕੁਆਈਟ ਗੁੱਡ ਆਲਸੋ ਕਿ ਲੜਕੀਆਂ ਤੇ ਬਹੁਤ ਹੀ ਅੱਛਾ ਕਰ ਰਹੀ ਨੇ। ਆਈ ਡੋਂਟ ਨੋ ਕਿ ਲੜਕੇ ਪਿੱਛੇ ਕਿਉਂ ਨੇ। ਇਹ ਵੀ ਪੇਰੈਂਟਸ ਨੂੰ ਸਪੈਸ਼ਲੀ ਇੱਕ ਬਹੁਤ ਵੱਡਾ ਕੰਸਰਨ ਹੈ, ਚਾਹੇ ਕਿਸੇ ਵੀ ਕਮਿਊਨਿਟੀ ਵਿੱਚ ਅੱਜ ਦੇਖ ਲਈਏ। why girls are, I mean girls are doing good, that's a privilege being a core myself, but ਬੱਚੇ ਕਿਉਂ ਪਿੱਛੇ ਜਾ ਰਹੇ ਨੇ? ਬਿਕਾਜ਼ ਸਾਡੇ ਇੱਥੇ every day we deal with different cases, like ਅਗਰ substance abuse ਦੀ ਗੱਲ ਕਰੀਏ, ਡਿਪਰੈਸ਼ਨ ਦੀ ਗੱਲ ਕਰੀਏ, anxiety issues ਦੀ ਗੱਲ ਕਰੀਏ, ਛੋਟੇ ਛੋਟੇ ਬੱਚਿਆਂ ਵਿੱਚ ਇਹ ਸਾਰੀ ਇੰਨੀ heavy terms, heavy conditions ਕਿਉਂ ਆ ਰਹੀ ਨੇ? ਸੋ ਕਮਿੰਗ ਬੈਕ ਟੂ ਯੋਰ ਕੁਐਸਚਨ ਕਿ ਅਸੀਂ ਇਸ ਨੂੰ ਕਿਸ ਤਰ੍ਹਾਂ ਦੇਖ ਸਕਦੇ ਹਾਂ ਕਿ ਅਸੀਂ ਜੋ ਇਹ ਸਾਰਾ ਤੁਸੀਂ ਸੰਦਰਭ ਦੱਸਿਆ ਹੈ ਕਿ ਅਸੀਂ ਬਿਲਕੁਲ ਇਸ ਨੂੰ ਇੱਕ ਡਿਫਰੈਂਸ ਲੈਂਸ ਨਾਲ ਦੇਖ ਸਕਦੇ ਹਾਂ ਕਿ ਅਸਾਂ ਨੂੰ ਪੇਰੈਂਟਸ ਇਨਵੋਲਵਮੈਂਟ ਇਜ਼ देयर। ਸੀ ਫਰਸਟਲੀ ਯੂ ਨੀਡ ਟੂ ਨੋ ਵਾਟ ਇਜ਼ ਅ ਗੁੱਡ ਲਾਈਫ, ਠੀਕ ਹੈ? ਨੈਸੈਸਿਟੀਜ਼ ਨੂੰ ਅਪਗ੍ਰੇਡ ਕਰਨਾ, ਓਕੇ, that is for sure, ਹਰ ਕੋਈ ਚਾਹੁੰਦਾ ਹੈ ਕਿ ਅੱਜ to work towards betterment, to have a quality of life। ਉਹਦੇ ਨਾਲ spiritual contentment, mental contentment, ਜੋ ਪੇਰੈਂਟ ਬੋਲਦਾ ਰਹੇਗਾ ਉਹ ਬੱਚਾ absorb ਕਰੇਗਾ। to upgrade yourself physically is important, but to upgrade yourself mentally and emotionally ਵੀ ਬਹੁਤ important ਹੈ। ਅੱਜ ਅਗਰ ਮੇਰੇ ਕੋਲ ਫॉर एग्जांपल आई हैव अ फोर व्हीलर, कल मेरा शौक है कि मैं एक सेडान कार लवा, ठीक है? दिस इज अपग्रेडमेंट इन कंटेक्स्ट ऑफ फिजिकल थिंग्स, बट डेफिनेटली टू हैव अ मोर स्टेबल मेंटल सेटअप, ਉਹਦੀ ਵੀ ਅਪਗ੍ਰੇਡਮੈਂਟ ਬਹੁਤ ਹੀ ਜ਼ਰੂਰੀ ਹੈ, ਜਿਹਦੇ ਲਈ ਪੇਰੈਂਟਸ ਨੂੰ ਵੀ ਆਪਣੇ ਮਾਈਂਡ ਨੂੰ ਡਿਟੌਕਸ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਟ੍ਰੈਸ ਅੱਜ ਕੱਲ ਇੰਨਾ ਹੈ, ਇੰਨਾ ਕੰਪੀਟੀਸ਼ਨ ਹੈ, ਮਤਲਬ ਬਹੁਤ ਸਾਰੀ ਚੀਜ਼ਾਂ ਤੇ ਇੱਕੋ ਨਾਲ ਹੀ ਕੰਮ ਕਰਨਾ ਪੈਂਦਾ ਹੈ। ਸੋ ਇਟਸ ਨਾਟ, ਐਜ਼ ਆਈ ਆਲਵੇਜ਼ ਸੇ, ਇਟਸ ਨਾਟ एवरीथिंग ਔਨ ਪੇਰੈਂਟਸ। ਲੈਟਸ ਐਜ਼ ਅ ਕਲੈਕਟਿਵਲੀ ਸੋਸਾਇਟੀ ਦੇਖੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਇਨਫਲੂਐਂਸ ਕਰ ਸਕਦੇ ਹਾਂ। आई मीन छोटे छोटे बच्चे लाइक यू, आई थिंक ਤੁਸੀਂ अपने स्टडीज भी कर रहे होगे, यू आर एन एग्जाम्पल कि ਤੁਸੀਂ ਆਪਣਾ ਅਕੈਡਮਿਕ ਵੀ ਦੇਖ ਰਹੇ ਹੋ, ਜਾਂ ਫਿਰ ਅਗਰ ਵਿਰਸਾ ਦੀ ਹੀ ਗੱਲ ਕਰੀਏ, ਇੱਕ ਐਸਾ ਬੱਚਾ ਉੱਭਰ ਕੇ ਆਇਆ ਕਿ ਭਾਈ ਜਿਹਦਾ ਆਪਣਾ ਅਕੈਡਮਿਕ ਕਰੀਅਰ ਵੀ ਅੱਛਾ ਚੱਲ ਰਿਹਾ ਐਂਡ ਉਸਨੇ ਇਨੀਸ਼ੀਏਟਿਵ ਲਿੱਤਾ ਕਿ ਨਹੀਂ, ਮੈਂ ਧਾਰਮਿਕ ਤੌਰ ਤੇ ਵੀ ਕੁਝ ਨਾ ਕੁਝ ਕੰਟਰੀਬਿਊਟ ਕਰ ਸਕਦਾ ਅਦਰ ਦੈਨ ਦਾ ਫਿਜ਼ੀਕਲ ਐਸਪੈਕਟਸ ਆਫ ਲਾਈਫ, ਜਿਹਦੇ ਵਿੱਚ ਅਸੀਂ ਰੈਗੂਲਰ ਅਪਗ੍ਰੇਡਮੈਂਟ ਚਾਹੁੰਦੇ ਹਾਂ। हाँ जी, बिल्कुल। ਬੱਚੇ ਓਕੇ ਆਪ ਕਰ ਰਹੇ ਆ ਆਪਾਂ ਥੋੜਾ ਬਹੁਤ, ਬਟ ਆਪਾਂ ਗੱਲ ਕਰੀਏ ਤੇ ਇਹ ਜੋ ਟਰਾਮਾ ਕਿਉਂ ਹੈ, ਮਤਲਬ ਇਹੋ ਜਿਹੀ ਕਿਹੜੀਆਂ ਆਪਾਂ ਟੈਕਨੋਲੋਜੀ ਤੇ ਗੱਲ ਕਰਦੇ ਹਾਂ, ਠੀਕ ਹੈ, ਪ੍ਰੋਜ਼ ਐਂਡ ਕੌਨਸ ਵੀ ਹੈਗੇ ਨੇ ਹਰ ਚੀਜ਼ ਦੇ, ਵੀ ਟੈਕਨੋਲੋਜੀ ਦੇ ਵੀ ਪ੍ਰੋਜ਼ ਐਂਡ ਕੌਨਸ ਜ਼ਰੂਰ ਹੈਗੇ ਨੇ, ਬਟ ਅੱਜ ਆਪਾਂ ਗੱਲ ਕਰੀਏ ਪਿਛਲੇ ਟਾਈਮ ਵਿੱਚ ਇੰਨੀ ਐਨਜ਼ਾਈਟੀ, ਇੰਨਾ ਟਰਾਮਾ, ਇਹ ਜੋ ਇੰਨਾ ਡਿਸਟ੍ਰੈਸ ਸੀ ਨਾ, ਉਹ ਨਹੀਂ ਸੀ ਹੁੰਦਾ। ਅੱਜ ਇਹੋ ਜਿਹੀ ਕਿਹੜੀ ਗੱਲ ਹੈ ਕਿ ਬੱਚਿਆਂ 'ਚ ਨਾ ਇੰਨੀ ਐਨਜ਼ਾਈਟੀ ਹੋ ਰਹੀ ਹੈ, ਜਾਂ ਉਹ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਨੇ, ਜਾਂ ਮਤਲਬ ਚਲੋ ਪਹਿਲੇ ਟਾਈਮ ਵਿੱਚ ਹੀ ਗੱਲ ਕਰੀਏ ਤੇ ਇੰਨਾ ਮੇ ਬੀ ਪਤਾ ਨਹੀਂ ਹੈ ਮੈਨੂੰ ਪੂਰੀ, ਤੇ ਬਟ ਇੱਕ ਗੈਸ ਲਾ ਰਹੀ ਹੈ ਕਿ ਇੰਨਾ ਬੱਚੇ ਸ਼ੇਅਰ ਨਹੀਂ ਕਰਦੇ ਸੀ ਚੀਜ਼ਾਂ ਆਪਣੇ ਪੇਰੈਂਟਸ ਦੇ ਨਾਲ, ਤੇ ਅੱਜ ਤੇ ਚਲੋ ਕਰਦੇ ਨੇ, ਬਟ ਨਾਲ ਦੇ ਨਾਲ ਉਹ ਆਪਣੀ ਪ੍ਰੋਬਲਮਸ ਖੁਦ ਕੰਪਲੀਟਲੀ ਸੋਲਵ ਵੀ ਨਹੀਂ ਕਰ ਪਾ ਰਹੇ ਨੇ, ਮਤਲਬ ਇੰਨਾ ਉਹਨਾਂ ਨੂੰ ਸੋਸ਼ਲ ਪ੍ਰੋਬਲਮਸ ਆ ਰਹੀਆਂ ਨੇ, ਹੈ ਨਾ, ਐਨਜ਼ਾਈਟੀ, ਡਿਪਰੈਸ਼ਨ ਇਜ਼ देयर, ਜੋ ਸ਼ਾਇਦ ਕਿ ਪਿਛਲੇ ਟਾਈਮ ਵਿੱਚ ਮੇ ਬੀ ਹੁੰਦਾ ਸੀ, ਬਟ ਲੋਕ ਇਹਨਾਂ ਉਹਨੂੰ ਐਡਰੈਸ ਨਹੀਂ ਕਰਦੇ ਸੀ, ਬਟ ਅੱਜ ਇੰਨਾ ਹੋ ਚੁੱਕਿਆ ਹੈ, ਇੰਨਾ ਐਡਰੈਸਲ ਹੋ ਚੁੱਕੀ ਹੈ ਇਹ ਚੀਜ਼ ਕਿ ਇਹ ਉੱਭਰ ਕੇ ਆ ਰਹੀ ਹੈ ਬੱਚਿਆਂ ਦੇ ਵਿੱਚ। ਵਾਈ ਇਜ਼ ਦੈਟ? ਐਬਸੋਲਿਊਟਲੀ। ਸੋ ਇਹਦੇ ਨੂੰ ਅਸੀਂ ਲਿੰਕ ਕਰਾਂਗੇ ਕੋਵਿਡ ਨਾਲ। ਜਦ ਕੋਵਿਡ ਆਇਆ ਸੀ ਤੇ ਕੋਵਿਡ ਵਿੱਚ ਇੱਕ ਜਦ ਸੈਕੰਡ ਵੇਵ ਦੀ ਗੱਲ ਸੀ, ਤੇ ਉਹਦੇ ਵਿੱਚ ਆਪਾਂ ਸਾਰਿਆਂ ਨੂੰ ਕਲੀਅਰ ਸੀ ਕਿ ਇਫ ਯੂ ਹੈਵ ਗੁੱਡ ਇਮਿਊਨਿਟੀ ਤੇ ਤੁਸੀਂ ਰੈਜ਼ਿਸਟ ਕਰ ਪਾਓਗੇ, ਅਗਰ ਨਹੀਂ ਹੈ ਤੇ ਸ਼ਾਇਦ ਤੁਸੀਂ ਕਿਤੋਂ ਵੀ ਕੋਵਿਡ ਲੈ ਕੇ ਆ ਸਕਦੇ ਹੋ। ਸੋ ਸੇਮ ਇਜ਼ ਦ ਕੇਸ ਵਿਦ ਆਰ ਮੈਂਟਲ ਐਬਿਲਿਟੀਜ਼। ਦੇਖੋ ਜਦ ਮੇਰਾ ਬਚਪਨ ਸੀ, ਮੇਰਾ ਜੋ ਐਕਸੈਸ ਸੀ ਇਨਫੋਰਮੇਸ਼ਨ ਨੂੰ ਲੈ ਕੇ ਜਾਂ ਕੰਟੈਂਟ ਨੂੰ, देयर वाज अ ਰਿਸਟ੍ਰਿਕਟਡ ਕੰਟੈਂਟ ਜੋ ਅਸੀਂ ਕੰਜ਼ਿਊਮ ਕਰਦੇ ਸਾਂ। ਸ਼ਾਇਦ ਕਾਰਟੂਨਸ ਆਉਂਦੇ ਸਨ ਥੋੜੇ ਬਹੁਤ, ਟੀਵੀ
ਤੇ ਜਾਂ ਫਿਰ ਕਾਮਿਕਸ ਹੁੰਦੀਆਂ ਸਨ, ਵੀ ਯੂਜ਼ਡ ਟੂ ਰੀਡ ਦੈਟ। ਅੱਜ ਦਾ ਜੋ ਕੰਟੈਂਟ ਹੈ ਇਟ ਇਜ਼ ਐਂਡਲੈਸ। ਤੁਸੀਂ ਫ਼ੋਨ ਤੇ ਜਾਓ, ਯੂ ਆਰ ਲਿੰਕ ਟੂ ਵੈਬ ਐਂਡ ਤੁਹਾਡੇ ਲਈ ਔਰ ਕੰਟੈਂਟ ਤੁਹਾਨੂੰ ਰਿਸਟ੍ਰਿਕਟਡ ਨਹੀਂ ਹੈ। ਲਾਈਕ ਫॉर ਐਨ ਅਡਲਟ ਮੈਨੂੰ ਪਤਾ ਹੈ ਕਿ ਮੈਂ ਕੈਸਾ ਕੰਟੈਂਟ ਦੇਖਣਾ ਹੈ ਤੇ ਮੇਰੇ ਫ਼ੋਨ ਵਿੱਚ ਵੈਸੇ ਹੀ ਚੀਜ਼ ਮਿਲੇਗੀ, ਠੀਕ ਹੈ? ਵੈਸਾ ਹੀ ਕੰਟੈਂਟ ਮੈਨੂੰ ਸ਼ੇਅਰ ਫॉर ਅ ਕਿਡ ਜਿਸਨੂੰ ਸਿੰਪਲੀ ਰੋਟੀ ਖਾਣ ਵਾਸਤੇ ਅਸੀਂ ਫ਼ੋਨ ਥਮਾ ਦਿੰਦੇ ਹਾਂ ਜਾਂ ਫਿਰ ਰਾਈਮਸ ਲਗਾ ਦਿੰਦੇ ਹਾਂ, ਦੈਟ ਮੀਨਸ ਵੀ ਆਰ ਮਿਸਿੰਗ ਦ ਇਨ ਪਰਸਨ ਥਿੰਗ। ਦੈਟ ਇਜ਼ ਵਿਦ ਦ ਲਿਟਲ ਵਨਸ। ਅੱਜ-ਕੱਲ੍ਹ ਅਗਰ ਜੇਕਰ ਅਸੀਂ ਪ੍ਰੈਕਟਿਸ ਦੀ ਗੱਲ ਕਰੀਏ, ਛੋਟੇ-ਛੋਟੇ ਬੱਚੇ ਸਾਡੇ ਕੋਲ ਆਉਂਦੇ ਨੇ ਜਿਹੜੇ ਅੱਜ ਦੇ ਇੰਸਟੀਟਿਊਸ਼ਨ ਵਿੱਚ ਐਂਡ ਉਹ ਐਸੀ ਗੱਲ ਕਰਦੇ ਨੇ ਜਿਹੜੀ ਸਮਝ ਨਹੀਂ ਆਉਂਦੀ ਕਿ ਇੱਕ ਇਹ ਵਰਡ ਇਹਨਾਂ ਨੇ ਸਿੱਖਿਆ ਕਿੱਥੋਂ? ਘਰ ਤੇ ਕੋਈ ਬੋਲੇਗਾ ਨਹੀਂ, ਸਕੂਲ ਵਿੱਚ ਵੀ ਨਹੀਂ। ਤੇ ਦੈਟ ਇਜ਼ ਵੈਰੀ ਆਬਵੀਅਸ ਕਿ ਉਹਨਾਂ ਦਾ ਜੋ ਐਕਸੈਸ ਹੈ ਟੈਕਨੋਲੋਜੀ ਨਾਲ, ਉਹ ਸਾਰਾ ਕੰਟੈਂਟ ਦੇਖੋ ਜੋ ਅਸੀਂ ਡਾਈਟ ਖਾਂਦੇ ਹਾਂ, that has a direct effect on our physical health, right? ਤੇ ਸੇਮ ਸਾਡਾ ਡਿਜੀਟਲ ਕੰਟੈਂਟ ਨਾਲ ਹੈ। ਜੋ ਡਿਜੀਟਲ ਅਸੀਂ ਕੰਟੈਂਟ ਦੇਖਦੇ ਹਾਂ, that has actual direct implications on our mind and on our soul, ਠੀਕ ਹੈ? ਤੇ ਅੱਜ-ਕੱਲ੍ਹ ਜੇਕਰ ਅਸੀਂ ਗਰੋਨ ਅਪ ਬੱਚਿਆਂ ਦੀ ਗੱਲ ਕਰੀਏ, ਲਾਈਕ ਅਡੋਲਸੈਂਸ ਦੀ ਗੱਲ ਕਰੀਏ, ਤੁਸੀਂ ਦੇਖੋ ਇਟਸ ਵੈਰੀ ਅਨਫੋਰਚੂਨੇਟ ਪਿਛਲੇ 2-3 ਸਾਲ ਤੋਂ ਅਸੀਂ ਅਕਸਰ ਦੇਖਦੇ ਹਾਂ, ਕੋਈ ਬੱਚੇ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਫॉर वेरी ਲੈਸ ਰੀਜ਼ਨਸ, ਹੈ ਨਾ? ਕੁਝ ਮਾਰਕਸ ਦਾ ਇਸ਼ੂ ਹੈ ਔਰ ਕਿਤੇ ਤੇ ਪੇਰੈਂਟਸ ਨੂੰ ਪਤਾ ਵੀ ਨਹੀਂ ਹੁੰਦਾ ਕਿ ਬੱਚੇ ਨਾਲ ਵਾਪਰਿਆ ਕੀ ਹੈ। ਸਡਨਲੀ ਇੱਕ ਬਹੁਤ ਹੀ ਅਨਫੋਰਚੂਨੇਟ ਖਬਰ ਮਿਲਦੀ ਹੈ ਕਿ ਇਸ ਤਰ੍ਹਾਂ ਹੋ ਗਿਆ। ਸੋ ਵਾਈ ਇਟ ਇਜ਼ ਹੈਪਨਿੰਗ ਕਿ ਕੰਟੈਂਟ ਜੋ ਹੈ ਉਹ ਬਹੁਤ ਹੀ ਜ਼ਿਆਦਾ ਹੈ। ਸਾਨੂੰ ਆਪ ਨਹੀਂ ਪਤਾ ਕਿ ਬੱਚੇ ਨਾਲ ਬੀਤ ਕੀ ਰਿਹਾ। ਸੋ ਇਟਸ ਵੈਰੀ ਇੰਪੋਰਟੈਂਟ ਸਪੈਸ਼ਲੀ ਫॉर ਗ੍ਰੋਨ ਅਪਸ ਦੀ ਮੈਂ ਗੱਲ ਕਰਾਂਗੀ ਜਿਹੜੇ ਐਡੋਲਸੈਂਟਸ ਹਨ। ਪੇਰੈਂਟਸ ਮਸਟ ਨੋ ਕਿ ਬੱਚੇ ਦੀ ਲਾਈਫ ਵਿੱਚ ਚੱਲ ਕੀ ਰਿਹਾ ਹੈ। ਉਹ ਕਿੱਥੇ ਜਾ ਰਿਹਾ ਟਿਊਸ਼ਨ, ਆਈ ਐਮ ਨੋਟ ਟਾਕਿੰਗ ਕਿ ਸਪਾਈ ਕਰਨਾ, ਬਟ ਟੂ ਨੋ ਬੱਚੇ ਦੇ ਫਰੈਂਡਸ ਕੌਣ ਹੈਗੇ ਨੇ, ਬੱਚੇ ਹੈਜ਼ ਅ ਲਿਮਿਟਿਡ ਟਾਈਮ ਜਿਹਦੇ ਵਿੱਚ ਉਹ ਘਰ ਵਾਪਸ ਆ ਰਿਹਾ। ਐਂਡ ਇਟ ਸ਼ੁਡ ਨਾਟ ਬੀ ਜਸਟ ਲਿਮਿਟਿਡ ਟੂ ਦ ਗਰਲਸ ਬਿਕੋਜ਼ ਅਸੀਂ ਇੱਕ ਬਹੁਤ ਕੰਜ਼ਰਵੇਟਿਵ ਸੁਸਾਇਟੀ ਤੋਂ ਬਿਲੋਂਗ ਕਰਦੇ ਹਾਂ ਔਰ ਬਿਕੋਜ਼ ਆਫ ਦ ਅਨਸਰਟਨਿਟੀਜ਼ ਜੈਸੀ ਅਸੀਂ ਜਗ੍ਹਾ ਵਿੱਚ ਰਹਿੰਦੇ ਹਾਂ, because of the security reasons also, so we are more much concerned with the girls, but parents ਵਾਸਤੇ ਬਹੁਤ ਹੀ ਅਲਾਰਮਿੰਗ ਹੈ ਕਿ ਬੱਚਿਆਂ ਨੂੰ ਵੀ, ਬॉयਜ਼ ਨੂੰ ਵੀ ਉਨਾ ਹੀ ਨੋਟਿਸ ਕੀਤਾ ਜਾਏ, ਬੱਚਿਆਂ ਵਾਸਤੇ ਵੀ ਉਨੀ ਹੀ ਪਾਬੰਦੀਆਂ ਹੋਣ ਜੋ ਕਿ ਰਿਸਟ੍ਰਿਕਸ਼ਨਸ ਬਹੁਤ ਜ਼ਰੂਰੀ ਹਨ ਔਰ ਉਹ ਗੈਪ ਨਾ ਆਏ ਪੇਰੈਂਟ ਤੇ ਬੱਚੇ ਦੇ ਵਿੱਚ, ਤਾਂ ਕਿ ਤੁਹਾਨੂੰ ਪਤਾ ਹੀ ਨਹੀਂ ਕਿ ਸਾਡੇ ਬੱਚੇ ਦੀ ਜ਼ਿੰਦਗੀ ਵਿੱਚ ਚੱਲ ਕੀ ਰਿਹਾ ਹੈ, ਤਾਂ ਕਿ ਕਿਤੇ ਉਹ ਐਸੇ ਐਪੀਸੋਡ ਵਿੱਚ ਨਾ ਫਸ ਜਾਏ ਜਾਂ ਕੋਈ ਐਸੀ ਘਟਨਾ ਨਾ ਵਾਪਰੇ ਉਹਦੇ ਨਾਲ ਜਿਹਦੇ ਕੌਨਸੀਕੁਐਂਸਿਸ ਬਹੁਤ ਹੀ ਗਲਤ ਹੋਣ। ਤੁਸੀਂ ਗੱਲ ਕੀਤੀ ਹੈ ਕਿ ਜੋ ਸਾਡੇ ਪੈਰੈਂਟਸ ਨੇ ਦੇ ਸ਼ੁੱਡ ਨੋ ਅਬਾਊਟ देयर ਚਾਈਲਡਸ ਲਾਈਫ। ਤੇ ਪੈਰੈਂਟਸ ਦੀ ਗੱਲ ਕਰੀਏ ਨਾ, ਉਹਨਾਂ ਨੂੰ ਬੇਸਿਕਲੀ ਪਤਾ ਨਹੀਂ ਹੁੰਦਾ। ਫਿਰ ਤੁਸੀਂ ਨਾਲ ਦੇ ਨਾਲ ਕਿਹਾ ਕਿ ਸਪਾਈ ਨਹੀਂ ਕਰਨਾ, ਫਿਰ ਉਹਨਾਂ ਨੂੰ ਬੇਸਿਕਲੀ ਇਹ ਚੀਜ਼ ਨਾ ਪਤਾ ਨਹੀਂ ਹੁੰਦੀ ਕਿ ਇਹ ਚੀਜ਼ ਕੀਤੀ ਕਿੱਦਾਂ ਜਾਵੇ। ਮਤਲਬ ਉਹ ਹਾਊ ਸ਼ੁੱਡ ਦੇ ਨੋ ਅਬਾਊਟ देयर ਚਾਈਲਡਸ ਲਾਈਫ ਵੈਨ ਚਾਈਲਡ ਇਜ਼ ਨੋਟ ਰੈਡੀ ਟੂ ਟੈਲ them। ਉਹ ਉਹਨਾਂ ਨੂੰ ਕੁਝ ਬੋਲਿਆ, ਮਤਲਬ ਅੱਜ ਕੱਲ੍ਹ ਦੇਖੀਏ ਨਾ ਬੱਚੇ ਕੀ ਕਰਦੇ ਨੇ ਕਿ ਆਪਾਂ ਘਰੇ ਆਉਂਦੇ ਹਾਂ ਸਕੂਲ ਤੋਂ ਜਾਂ ਕਾਲਜ ਵਗੈਰਾ ਤੋਂ, ਘਰੇ ਆਉਂਦੇ ਆਪਣੇ ਰੂਮ 'ਚ ਜਾਂਦੇ ਹਾਂ ਤੇ ਜਾ ਕੇ ਆਪਣੇ ਫਿਰ ਫੋਨ ਤੇ ਬਹਿ ਜਾਂਦੇ ਆ ਨਾਲ, ਜਾਂ ਲੈਪਟਾਪਸ ਵਗੈਰਾ। ਚਲੋ ਪੜ੍ਹਾਈ ਕਰ ਰਹੇ ਹਾਂ ਫॉर दैट सेंस, ਪੜ੍ਹਾਈ ਕਰਦੇ ਹਾਂ। ਮੇ ਬੀ ਮੈਨੂੰ ਲੱਗਦਾ ਡਿਨਰ ਦੇ ਟਾਈਮ ਤੇ ਆਪਾਂ ਅੱਧਾ ਘੰਟਾ ਬਾਹਰ ਜਾ ਕੇ ਫੈਮਿਲੀ ਦੇ ਵਿੱਚ ਬਹਿੰਦੇ ਹਾਂ, ਫਿਰ ਵਾਪਸ ਆਪਣੇ ਰੂਮ 'ਚ। ਤੇ ਦਿਸ ਇਜ਼ ਆਲ ਮਤਲਬ ਬੱਚੇ ਜਿਹਦੇ 'ਚ ਫਸੇ ਹੋਏ ਨੇ। ਦੇ ਗੋ ਟੂ ਸਕੂਲ, ਵਾਪਸ ਘਰੇ ਆਉਂਦੇ ਨੇ, ਪੜ੍ਹਾਈ, ਫਿਰ ਸਵੇਰੇ ਫਿਰ ਸਕੂਲ ਜਾਂਦੇ ਨੇ, ਫਿਰ ਵਾਪਸ ਘਰੇ ਆਉਂਦੇ, ਤੇ ਇਹੀ ਲਾਈਫ ਸਾਈਕਲ, ਇਹੀ ਰੂਟੀਨ ਚੱਲਦਾ ਜਾ ਰਿਹਾ ਹੈ। ਤੇ ਪੈਰੈਂਟਸ ਨੂੰ ਕੁਝ ਨਹੀਂ ਪਤਾ। ਹਾਂ, ਪੈਰੈਂਟਸ ਇੱਕ ਵਾਰੀ ਕਮਰੇ ਦੇ ਅੰਦਰ ਆ ਕੇ ਦੇਖਦੇ, ਠੀਕ ਹੈ ਮੇਰਾ ਬੱਚਾ ਪੜ੍ਹ ਰਿਹਾ, ਓਕੇ, ਤੇ ਉਹ ਚਲੇ ਜਾਂਦੇ ਨੇ। ਹੁਣ ਹਾਊ ਸ਼ੁਡ ਪੈਰੈਂਟਸ ਨੋ ਕਿ ਉਹਦਾ ਬੱਚਾ ਕੀ ਕਰੇ ਜੇ ਉਹ ਸਪਾਈ ਨਾ ਕਰੇ। ਇਫ ਸਪਾਈਂਗ ਇਜ਼ ਨਾਟ ਦ ਮਤਲਬ ਥਿੰਗ ਹੇਅਰ, ਤੇ ਫਿਰ ਬੱਚਾ ਆਪ ਕਹਿ ਵੀ ਨਹੀਂ ਰਿਹਾ। ਹੋਮ ਸ਼ੁਡ ਦੇ ਗੋ ਐਂਡ ਆਸਕ ਕਿ ਕੀ ਹੋ ਰਿਹਾ, ਤੇ ਨਾਲ ਉਹ ਇਸ ਚੀਜ਼ ਨੂੰ ਕਿੱਦਾਂ ਕੰਟਰੋਲ ਕਰੇ ਕਿ ਉਹਨਾਂ ਦਾ ਬੱਚਾ ਆ ਕੇ ਨਾ ਥੋੜਾ ਪਰਿਵਾਰ ਵਾਲੇ ਮਾਹੌਲ ਵਿੱਚ ਆ ਕੇ ਬਹਿ ਜਾਏ, ਜਾਂ ਉਹਨੂੰ ਇਸ ਚੀਜ਼ ਲਈ ਕਿੱਦਾਂ ਇਨਫਲੂਐਂਸ ਕੀਤਾ ਜਾਵੇ। जी देयर इज़ अ वेरी थिन लाइन एंड वेरी कॉन्ट्ररी जो दोनों चीज़ां मैं कही ने। मैं स्पाइंग दी गल इस जेकर कही है इसलिए कही है कि ਜੋ ਗਰੋਇੰਗ ਬੱਚੇ ਨੇ ਅਕਸਰ ਅਡੋਲਸੈਂਸ ਦੀ ਜਦ ਅਸੀਂ ਗੱਲ ਕਰਦੇ ਹਾਂ ਤੇ ਇਹ ਚੀਜ਼ ਉਹਨਾਂ ਨੂੰ ਬਹੁਤ ਹੀ ਜੋ ਇਹ ਟਰਸਟ ਇਸ਼ੂਜ਼ ਹਨ, ਟਰਸਟ ਇਸ਼ੂ ਅਡੋਲਸੈਂਸ ਵਿੱਚ ਬਹੁਤ ਜ਼ਿਆਦਾ ਹੁੰਦੇ ਨੇ ਕਿ ਮੇਰੇ ਪੇਰੈਂਟ ਮੇਰੇ ਤੇ ਸ਼ੱਕ ਕਿਉਂ ਕਰਦੇ ਨੇ। ਹੋ ਸਕਦਾ ਹੈ ਇਵਨ ਇਫ ਦੇ ਨੋ ਕਿ ਕੁਝ ਆਈ ਐਮ ਡੂਇੰਗ ਸਮਥਿੰਗ ਰੋਂਗ ਫॉर ਕੁਝ ਕੁਝ ਐਸਾ ਹੈ ਜੋ ਕਿ ਮੈਨੂੰ ਨਹੀਂ ਕਰਨਾ ਚਾਹੀਦਾ, ਬਟ ਦੇ ਗੈਟ वेरी ऑफेंडेड। ਔਰ ਅਗਰ ਐਸਾ ਨਹੀਂ ਵੀ ਹੈ ਤਾਂ ਵੀ ਬੱਚੇ ਨਾ ਬਹੁਤ ਜਲਦੀ ऑफेंड ਕਰ ਲੈਂਦੇ ਨੇ ਕਿ ਨਹੀਂ
ਤੁਸੀਂ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ ਜਾਂ ਐਸਾ ਕਿਉਂ ਮੇਰਾ ਪੇਰੈਂਟ ਕਰ ਰਿਹਾ ਹੈ। ਸੀ ਫॉर दैट पेरेंट हैज़ टू बी वेरी स्मार्टली टेक्नोलॉजी ਦੇ फ्रेंडली ਹੋਣਾ ਪਏਗਾ। ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਦਾ ਕੰਟੈਂਟ ਜੋ ਹੈ, ਜੋ ਵੀ ਬੱਚੇ ਐਪਸ ਯੂਜ਼ ਕਰਦੇ ਨੇ ਫॉर ਸਮਾਲਰ ਕਿਡਸ, ਆਈ ਐਮ ਟਾਕਿੰਗ ਅਬਾਊਟ 10 ਤੋਂ ਛੋਟੇ ਦੀ ਅਗਰ ਪਹਿਲੇ ਗੱਲ ਕਰੀਏ, ਕਿ ਜੋ ਵੀ ਐਪਸ ਹੈਗੀ ਨੇ, ਕਾਫੀ ਰਾਈਮ ਦੀ ਐਪਸ ਹੁੰਦੀ ਨੇ ਜਾਂ ਬਾਕੀ ਐਪਸ ਹਨ, ਯੂ ਸ਼ੁਡ ਹੈਵ ਅ ਗੁੱਡ ਅੰਡਰਸਟੈਂਡਿੰਗ ਕਿ ਉਸ ਐਪ ਵਿੱਚ ਕੀ ਹੈ, ਕੀ ਨਹੀਂ ਹੈ। दैट इज, ਚਾਹੇ ਤੁਸੀਂ ਟਾਈਮ ਬਾਉਂਡ ਹੋ, ਕੁਝ ਹੋ, ਬਟ ਯੂ ਗॉट ਟੂ, ਮਤਲਬ ਯੂ ought to know it ਕਿ ਐਪਸ ਦੀ ਬੇਸਿਕ ਅੰਡਰਸਟੈਂਡਿੰਗ ਕੀ ਹੈ, ਰਾਈਟ। ਉਸ ਤੋਂ ਬਾਅਦ ਅਗਰ ਜੇਕਰ ਅਸੀਂ ਗੱਲ ਕਰੀਏ ਕਿ ਉਸ ਤੋਂ ਬੜੇ ਬੱਚੇ ਜੋ ਜੋ ਹੈਗੇ ਨੇ, ਬਹੁਤ ਹੀ ਪ੍ਰਾਈਮ ਕੰਸਰਨ ਹੈਗਾ ਕਿ ਉਹਨਾਂ ਦਾ ਡਿਜੀਟਲ ਡੀਟੌਕਸੀਫਿਕੇਸ਼ਨ ਉਹਦੇ ਡਿਵਾਈਸਿਸ ਤੋਂ ਕਰਨਾ, ਟੂ ਚੈੱਕ ਐਕਚੁਅਲੀ ਤੁਹਾਡਾ ਬੱਚਾ ਹਿਸਟਰੀ ਵਿੱਚ ਕੀ ਦੇਖ ਰਿਹਾ। ਦੇਖੋ, ਆਈ ਐਮ ਨॉट ਬਲੇਮਿੰਗ ਕਿਡਸ, ਕਿਡਸ ਆਰ ਮਚ ਸਮਾਰਟਰ, ਵੇ ਬਿਯੋਂਡ ਅੱਜ ਕੱਲ੍ਹ ਜਿਸ ਤਰ੍ਹਾਂ ਟੈਕਨੋਲੋਜੀ ਦਾ ਯੂਜ਼ ਕਰ ਰਹੇ ਨੇ ਬੱਚੇ, ਜਿਸ ਤਰ੍ਹਾਂ ਸਮਾਰਟ ਹੈਗੇ ਨੇ, ਅਕੈਡਮਿਕਸ ਵਿੱਚ ਬਹੁਤ ਐਕਸਲ ਕਰ ਰਹੇ ਨੇ। ਬਟ ਦ ਪੁਆਇੰਟ ਇਜ਼, ਬੱਚੇ ਨੂੰ ਬੱਚਾ ਤਾਂਹੀਓ ਕਿਹਾ ਜਾਂਦਾ ਹੈ 18 ਤੋਂ ਥੱਲੇ, ਬਿਕॉज़ ਹੀ ਨੀਡਸ ਅ ਸੇਫਗਾਰਡ ਪ੍ਰੋਟੈਕਸ਼ਨ ਐਂਡ ਸਮ ਪੀਪਲ ਜੋ ਉਹਦੀ ਦੇਖਭਾਲ ਕਰ ਸਕਣ, ਠੀਕ ਆ। ਤੇ ਉਸ ਕਾਰਨ ਬੱਚਾ ਕੀ ਦੇਖ ਰਿਹਾ, ਯੂ ਐਬਸੋਲਿਊਟਲੀ ਹੈਵ ਅ ਰਾਈਟ ਐਂਡ ਯੂ ਨੀਡ ਟੂ ਬੀ ਸਮਾਰਟ ਇਨਫ ਕਿ ਤੁਸੀਂ ਉਹ ਪੂਰਾ ਚੈੱਕ ਕਰ ਪਾਓ ਕਿ ਬੱਚਾ ਕੰਟੈਂਟ ਕੀ ਦੇਖ ਰਿਹਾ। ਕਦੇ-ਕਦੇ ਬੱਚੇ ਨੂੰ ਆਪ ਨਹੀਂ ਪਤਾ ਹੁੰਦਾ ਕਿ ਬੱਚਾ ਕਿਸ ਚੀਜ਼ ਦਾ ਸ਼ਿਕਾਰ ਹੋ ਰਿਹਾ ਆਨਲਾਈਨ, ਠੀਕ ਹੈ। ਤੇ ਤਾਂ ਕਰ ਮੈਂ ਇਹ ਗੱਲ, ਇਹ ਕਾਫੀ ਇੰਟਰਲਿੰਕਡ ਗੱਲ ਹੈ ਕਿ ਅਗਰ ਬੱਚਾ ਐਸਾ ਰੈਪੋ ਸ਼ੇਅਰ ਕਰ ਰਿਹਾ ਹੈ ਪੇਰੈਂਟ ਨਾਲ, ਤਾਂ ਉਹਨੂੰ ਪੇਰੈਂਟ ਹੀ ਹੈ ਜਿਹਦੇ ਨਾਲ ਉਹ ਅੱਛੀ ਬੁਰੀ ਕੋਈ ਵੀ ਗੱਲ ਕਰ ਰਿਹਾ, ਜਾਂ ਵਿਦਿਨ ਫੈਮਿਲੀ ਸਿਬਲਿੰਗ ਵੀ ਹੋ ਸਕਦਾ ਹੈ। ਉਹ ਕਦੇ ਕਿਸੇ ਸਟ੍ਰੇਂਜਰ ਕੋਲ ਨਹੀਂ ਜਾਏਗਾ ਆਪਣੀ ਦਿਲ ਦੀ ਗੱਲ ਕਰਨ ਲਈ, ਤੇ ਉਹ ਸਟ੍ਰੇਂਜਰ ਉਸਨੂੰ ਯੂਜ਼ ਜਾਂ ਅਬਿਊਜ਼ ਨਹੀਂ ਕਰੇਗਾ ਐਨੀ ਹਾਊਸ। ਦੇਖੋ, ਡਿਜੀਟਲ ਐਮਪਾਵਰਮੈਂਟ ਦੀ ਬਹੁਤ ਹੀ रेवोल्यूशन हैगा है। डिजिटली ਅਸੀਂ ਲੋग बहुत एम्पावर कर सकते हैं अपने आप ਨੂੰ, but with it comes so many challenges like ਅਗਰ ਚਾਈਲਡ ਪੋਰਨੋਗ੍ਰਾਫੀ ਦੀ ਅਸੀਂ ਗੱਲ ਕਰੀਏ ਤਾਂ ਐਨਸੀਬੀ ਦੇ ਜੋ ਆંકੜੇ ਨੇ ਪਿਛਲੇ 1 ਸਾਲ ਦੇ, they have gone massively high ਔਰ ਦਿੱਲੀ is ruling above all states ਜੋ ਕਿ ਬੱਚੇ ਸ਼ਿਕਾਰ ਬਣਦੇ ਨੇ। ਓਫਨਲੀ ਇਹ offenders ਜੋ ਹੁੰਦੇ ਨੇ ਸਟ੍ਰੇਂਜਰਸ ਹੁੰਦੇ ਨੇ, ਸਟ੍ਰੇਂਜਰਸ ਬਣ ਕੇ ਬੱਚਿਆਂ ਨਾਲ ਗੱਲ ਕਰਦੇ ਨੇ ਐਂਡ ਫਿਰ ਸਮਹਾਉ ਇਹਨਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਦੇ ਕੈਨ ਲੈਂਡ ਅਪ ਟੂ ਐਨੀ ਟਰਬਲ, ਜੋ ਵੀ ਤੁਸੀਂ ਦੇਖ ਰਹੇ ਹੋ। ਮੋਰਓਵਰ ਇੱਕ ਹੋਰ ਗੱਲ ਹੈ ਕਿ ਅੱਜ ਕੱਲ ਤੁਸੀਂ ਓਵਰ ਦ ਟਾਈਮਸ ਕਾਫੀ ਇਸ਼ੂਜ਼ ਦੇਖ ਰਹੇ ਹੋ ਬੱਚਿਆਂ ਦਾ, ਸਟੈਬਿੰਗ ਬਹੁਤ ਇੱਕ ਨਾਰਮਲ ਜੀ ਗੱਲ ਹੋ ਗਈ। ਅਸੀਂ ਕਸ਼ਮੀਰ ਜੈਸੀ ਜਗ੍ਹਾ ਵਿੱਚ ਜੋ ਕਿ ਬਹੁਤ ਹੀ ਅਨਸਰਟਨਿਟੀਜ਼ ਨੂੰ ਛੋੜ ਕੇ ਬਹੁਤ ਹੀ ਇੱਕ ਸ਼ਾਂਤ ਜਗ੍ਹਾ ਸੀ, ਠੀਕ ਹੈ। ਗੁੱਸਾ, ਕ੍ਰਾਈਮ ਬਹੁਤ ਹੀ ਦੂਰ ਦੀ ਗੱਲ ਸੀ, ਅਦਰ ਦੈਨ ਦਾ ਅਨਸਰਟਨਿਟੀਜ਼ ਆਫ ਦਾ ਪਲੇਸ, ਉਹਨੂੰ ਅਗਰ ਸਾਈਡ ਕਰ ਦਈਏ, ਕ੍ਰਾਈਮ ਬਹੁਤ ਹੀ ਘੱਟ ਸੀ। ਅੱਜ ਕੱਲ ਤੁਸੀਂ 14 ਸਾਲ 15 ਸਾਲ ਦੇ ਬੱਚੇ ਦੇਖ ਰਹੇ ਹੋ ਕਿ ਅਚਾਨਕ ਸਟੈਬ ਕਰ ਦਿੱਤਾ, ਲੜਕੀ ਵੀ ਹੋਏ ਲੜਕਾ ਹੋਏ ਡਜ਼ਨਟ ਮੈਟਰ, 16 ਇਅਰਸ ਦੇ ਬੱਚੇ ਨੇ ਆਪਸ ਵਿੱਚ ਸਰ ਫੋੜ ਦਿੱਤਾ ਇੱਕ ਦੂਜੇ ਦਾ ਜਾਂ ਫਿਰ ਮਰਡਰ ਕਰ ਦਿੱਤਾ। ਸੋ ਦਿਸ ਇਜ਼ ਦ ਲੈਵਲ ਆਫ ਐਗਰੈਸ਼ਨ, ਇਹ ਸਾਰਾ ਕੰਟੈਂਟ ਤੋਂ ਹੀ ਆਇਆ ਹੈ। ਜੋ ਇਨ ਪਰਸਨ ਸਾਡੇ ਕੋਲ ਟਾਈਮ ਘੱਟ ਹੋ ਗਿਆ ਹੈ, ਅਸੀਂ ਮੀਲਸ ਤੇ ਵੀ ਬਹੁਤ ਘੱਟ ਹੀ ਇੱਕ ਦੂਜੇ ਨਾਲ ਬਹਿੰਦੇ ਹਾਂ, ਪੇਰੈਂਟਸ ਨਾਲ ਬਹਿੰਦੇ ਹਾਂ, ਜਾਂ ਫਿਰ ਇਨ ਪਰਸਨਲ ਕਮਿਊਨੀਕੇਸ਼ਨ ਅਸੀਂ ਪ੍ਰੈਫਰ ਹੀ ਨਹੀਂ ਕਰਦੇ ਹਾਂ। ਅਗਰ ਪੇਰੈਂਟ ਆਪਣੇ ਤੇ ਰਿਸਟ੍ਰਿਕਟ ਕਰੇਗਾ, ਡੈਫੀਨੇਟਲੀ ਬੱਚਾ ਉਹਨੂੰ ਜ਼ਰੂਰ ਫੋਲੋ ਕਰੇਗਾ ਕਿ ਠੀਕ ਹੈ, ਸਕਰੀਨ ਟਾਈਮ ਮੇਰੇ ਲਈ ਵੀ ਠੀਕ ਨਹੀਂ ਹੈ, ਤੁਹਾਡੇ ਲਈ ਵੀ ਠੀਕ ਨਹੀਂ ਹੈ, ਬਟ ਅਸੀਂ ਅਕਸਰ ਇੰਪੋਜ਼ ਕਰਦੇ ਹਾਂ ਆਈ ਕੈਨ ਡੂ दैट क्योंकि मैं अडल्ट हाँ, ਤੁਸੀਂ ਬੱਚੇ ਹੋ, ਤੁਸੀਂ ਇੰਨਾ ਕੁਝ ਨਹੀਂ ਯੂਜ਼ ਕਰ ਸਕਦੇ, ਜਸਟ ਗੋ ਟੂ ਸਲੀਪ ਔਨ ਸੋ ਜਾਓ, ਤੁਸੀਂ ਸਕੂਲ ਜਾਣਾ ਹੈ। ਤਾਂ ਉਹ ਬੱਚੇ ਨੂੰ ਹਮੇਸ਼ਾ ਬੁਰਾ ਲੱਗਦਾ ਹੈ। ਬੱਚੇ ਨੂੰ ਡਿਸੀਜਨ ਮੇਕਿੰਗ ਦਾ ਇੱਕ ਅੱਛਾ ਪਾਰਟਿਸਿਪੈਂਟ ਬਣਾਓ, but make him realize कि what is doable and what is not doable, but with due respect कि advice ਤੁਸੀਂ ਕਰ ਸਕਦੇ ਹੋ, guide ਤੁਸੀਂ ਕਰ ਸਕਦੇ ਹੋ, after all ਉਹ ਫਿਰ ਬੱਚਾ ਹੈ, he needs your guidance and your protection. It was really beautiful session ਤੁਹਾਡੇ ਨਾਲ ਇਹ parental influence and child psychology ਦੀ ਗੱਲ ਕਰਕੇ। it was really appreciative ਕਿ ਤੁਸੀਂ ਇੰਨੀ ਇਨਫੋਰਮੇਸ਼ਨ ਦਿੱਤੀ ਸਾਨੂੰ। ਹੁਣ it is a last thing I will ask you to do, ਇੱਕ ਤੁਹਾਡੀ ਐਡਵਾਈਸ ਜੋ ਤੁਸੀਂ ਪੈਰੈਂਟਸ ਨੂੰ ਵੀ ਦੇਣਾ ਚਾਹੋ ਤੇ ਨਾਲ ਦੇ ਨਾਲ ਬੱਚਿਆਂ ਨੂੰ ਵੀ ਦੇਣਾ ਚਾਹੋ, something that will improve their influence on each other, and that will improve the parental influence or child, and that will improve the child's behavior or child's social stigma about their parents, है ना।
ਇੱਕ ਇਹੋ ਜਿਹੀ ਐਡਵਾਈਸ ਜੋ ਦੋਨਾਂ ਸਾਈਡ ਨੂੰ ਤੁਸੀਂ ਦੇਣਾ ਚਾਹੋ। ਜੀ ਡੈਫੀਨੇਟਲੀ ਉਹ ਇਹ ਹੋਗੀ ਕਿ ਜੋ ਇਹ ਬਹੁਤ ਹੀ ਐਜ ਐਜ ਹੈ ਪੇਰੈਂਟ ਤੇ ਬੱਚੇ ਦੇ ਦਰਮਿਆਨ, ਜਿੱਥੇ ਕਿ ਤੁਸੀਂ ਕੰਫਰਟ ਜ਼ੋਨ ਵੀ ਰੱਖਣਾ ਹੈ ਔਰ ਨਾਲ-ਨਾਲ ਹੀ ਦੇਖਣਾ ਹੈ ਕਿ ਕੋਈ ਡਿਸਟਰਬਿੰਗ ਚੀਜ਼ ਤੁਹਾਡੇ ਬੱਚੇ ਨੂੰ ਇਫੈਕਟ ਨਾ ਕਰੇ। ਐਂਡ ਸੇਮ ਵੇਜ਼ ਆਈ ਗੈਸ ਬੱਚਿਆਂ ਨੂੰ ਵੀ ਇਹ ਰਿਅਲਾਈਜ਼ ਕਰਨਾ ਹੈ ਕਿ ਪੇਰੈਂਟਸ ਅਗਰ ਕੋਈ ਚੀਜ਼ ਕਹਿ ਰਹੇ ਨੇ, ਯੂ ਕੈਨ ਡਿਸਕਸ ਇਟ। ਤੁਸੀਂ ਜਾਂ ਤੇ ਆਪਣਾ ਆਰਗੂਮੈਂਟ ਔਰ ਆਪਣੇ ਵਰਡਸ ਇੰਨੇ ਸਟਰੋਂਗ ਲਿਆਓ ਕਿ ਤੁਸੀਂ ਆਪਣੀ ਗੱਲ ਨੂੰ ਪੂਰਾ ਪ੍ਰਭਾਵਪੂਰਕ ਆਪਣੇ ਪੇਰੈਂਟਸ ਦੇ ਅੱਗੇ ਕਨਵਿੰਸ ਕਰ ਸਕੋ ਕਿ ਇਹ ਅਗਰ ਇਹ ਚੂਜ਼ ਮੈਂ ਕਰਨਾ ਹੈ ਜਾਂ ਮੇਰਾ ਡਿਸੀਜਨ ਇਹ ਹੈ, ਇਹਦੇ ਪਿੱਛੇ ਇਹ ਫੈਕਟ ਹੈ। ਸੋ ਲੈਟਸ ਟਾਕ, ਠੀਕ ਹੈ ਨਾ? ਰਾਦਰ ਦੈਨ ਕਿ ਉਹ ਸਪੇਸ, ਉਹ ਗੈਪ ਅਸੀਂ ਬਣਾਉਂਦੇ ਜਾਈਏ ਤੇ ਉਹ ਵੱਧਦਾ ਜਾਏ ਤੇ ਉਹਦੇ ਵਿੱਚ ਕੋਈ ਤੀਸਰਾ ਫਿੱਟ ਹੋ ਜਾਏ, ਚਾਹੇ ਉਹ ਫਿਰ ਕੋਈ ਤੀਸਰਾ ਪਰਸਨ ਹੋਏ, ਚਾਹੇ ਉਹ ਤੀਸਰੀ ਕੋਈ ਆਦਤ ਹੋਏ, ਚਾਹੇ ਉਹ ਕੋਈ ਤੀਸਰਾ ਨਸ਼ਾ ਹੋਏ ਜਾਂ ਕੁਝ ਵੀ ਐਸਾ ਇਨਐਪਰੋਪ੍ਰੀਏਟ ਹੋਏ। ਤੋ ਲੈਟਸ ਕਨੈਕਟ, ਲੈਟਸ ਸਟੇ ਟੁਗੇਦਰ ਤੇ ਗੱਲ ਕਰੀਏ। ਗੱਲ ਕਰਨ ਨਾਲ ਹੀ ਗੱਲ ਬਣਦੀ ਹੈ। ਇਟਸ ਫॉर ਬੋਥ, ਫॉर ਪੇਰੈਂਟਸ ਆਲਸੋ ਐਂਡ ਫॉर द ਕਿਡਸ ਆਲਸੋ, ਕਿ ਅਗਰ ਤੁਸੀਂ ਗੱਲ ਕਰੋਗੇ, ਦੇ ਆਰ ਯੋਰ ਪੇਰੈਂਟਸ ਆਫਟਰ ਆਲ, ਉਹ ਤੁਹਾਡੇ ਲਈ ਸਭ ਕੁਝ ਕਰ ਰਹੇ ਨੇ। ਜਸਟ ਮੇਕ ਯੋਰ ਪੁਆਇੰਟ ਕਲੀਅਰ। ਐਂਡ ਫॉर द ਪੇਰੈਂਟਸ ਆਲਸੋ, ਹਰ ਗੱਲ ਵਿੱਚ ਬੱਚੇ ਬੱਚੇ ਨਹੀਂ ਹੁੰਦੇ ਨੇ, ਤਾਂ ਉਹਨਾਂ ਨੂੰ ਵੀ ਥੋੜਾ ਸੀਰੀਅਸਲੀ ਲਓ ਐਂਡ ਮੇਬੀ ਗਿਵ them a chance to express their self ਕਿ ਉਹ ਅਗਰ ਐਸਾ ਕਹਿ ਰਹੇ ਨੇ ਕਿ ਕਿਉਂ ਕਹਿ ਰਹੇ ਨੇ। ਐਂਡ ਸਭ ਤੋਂ ਇੰਪੋਰਟੈਂਟਲੀ ਆਪਣੇ ਗੁਰੂ ਸਾਹਿਬਾਨ ਦੀ ਗੁਰਬਾਣੀ ਨਾਲ ਜੁੜੀਏ, ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖੀਏ, ਆਪਣੇ ਬੜਿਆਂ ਦੀ ਕਦਰ ਕਰੀਏ, ਜੋ ਫੈਮਿਲੀਜ਼ ਵਿੱਚ ਸਾਡੇ ਐਲਡਰਲੀ ਹਨ, ਉਹਨਾਂ ਨਾਲ ਜਾ ਕੇ ਟਾਈਮ ਸਪੈਂਡ ਕਰੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਦੀ ਕਹਾਣੀਆਂ ਸੁਣੋ। ਉਹ ਸਾਨੂੰ ਗੂਗਲ ਜਾਂ ਕੋਈ ਹੋਰ ਕਦੇ ਵੀ ਨਹੀਂ ਦੇਣ ਲੱਗਾ ਜੋ ਉਹ ਐਕਸਪੀਰੀਐਂਸਿਸ ਦੇਣਗੇ। ਥੈਂਕ ਯੂ ਸੋ ਮਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆ ਕੇ ਮਤਲਬ ਇਹ ਇਟ ਵਾਸ ਨਾਟ ਜਸਟ ਨਾਰਮਲ ਸੈਸ਼ਨ, ਇਹ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਸੈਸ਼ਨ ਸੀ। ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਸਾਨੂੰ ਬਹੁਤ ਕੁਝ ਜਾਣਨ ਨੂੰ ਮਿਲਿਆ ਕਿ ਚਾਈਲਡ ਸਾਈਕੋਲੋਜੀ ਕਿੱਦਾਂ ਵਰਕ ਕਰਦੀ ਹੈ, ਪੈਰੈਂਟ ਨੂੰ ਕੀ ਕਰਨਾ ਚਾਹੀਦਾ, ਹਾਊ ਦੇ ਸ਼ੁੱਡ ਅਪਰੋਚ ਦੇਅਰ ਚਿਲਡਰਨ, ਐਂਡ ਚਾਈਲਡ ਨੂੰ ਕਿੱਦਾਂ ਹਾਊ ਸ਼ੁੱਡ ਦੇ ਬਿਹੇਵ ਵਿਦ ਦੇਅਰ ਪੈਰੈਂਟਸ, ਜਾਂ ਉਹਨਾਂ ਇਸ ਸਾਰੇ ਐਨਜ਼ਾਈਟੀ ਡਿਪਰੈਸ਼ਨ ਚੋਂ ਨਿਕਲਣ ਲਈ ਉਹਨਾਂ ਨੂੰ ਕੀ ਕਰਨਾ ਚਾਹੀਦਾ। ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਆ ਕੇ ਅੱਜ ਸਾਡੇ ਵਿਰਸਾ ਚੈਨਲ ਨਾਲ ਜੁੜਿਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਸੰਗਤ ਜੀ ਤੁਹਾਨੂੰ ਸਾਡਾ ਅੱਜ ਦਾ ਐਪੀਸੋਡ ਚੰਗਾ ਲੱਗਿਆ ਹੋਣਾ ਹੈ। ਨਾਲ ਦੇ ਨਾਲ ਇਹੋ ਜਿਹੇ ਹੋਰ ਇਨਫੋਰਮੇਟਿਵ ਐਪੀਸੋਡਸ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬਹੁਤ ਜ਼ਿਆਦਾ ਪਿਆਰ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ